के लहरा ने, आओ दर्शन करिए विरसे दियां पैड़ा दे, आओ दर्शन करिए विरसे दियां पैड़ा दे, हो सजणो आओ दर्शन करिए विरसे दियां पैड़ा दे। हाँ जी प्यारे दर्शकों, ਤੁਹਾਡਾ ਸਾਰਿਆਂ ਦਾ ਸਾਡੇ HM1 ਚੈਨਲ ਦੇ ਖਾਸਮ ਖਾਸ ਪ੍ਰੋਗਰਾਮ ਵਿਰਸੇ ਦੀਆਂ ਪੈੜਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਅਸਲਾਮ ਵਾਲੇਕੁਮ ਕਹਿਣਾ। ਦੋਸਤੋ, ਵੈਸੇ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ, ਸੰਗੀਤ ਜਿਹੜੀ ਮਰਜ਼ੀ ਭਾਸ਼ਾ ਵਿੱਚ ਹੋਵੇ ਆਨੰਦਮਈ ਹੁੰਦਾ, ਪਰ ਸਾਡਾ ਅੱਜ ਦਾ ਪ੍ਰੋਗਰਾਮ ਇਹ ਪੰਜਾਬੀ ਵਿਰਸੇ ਨਾਲ ਸੰਬੰਧਿਤ ਹੈ। ਸੋ ਅੱਜ ਅਸੀਂ ਇਹਦੇ ਵਿੱਚ ਪੰਜਾਬੀ ਸੰਗੀਤ ਬਾਰੇ ਗੱਲ ਕਰਾਂਗੇ। ਆਦਿ ਕਾਲ ਤੋਂ ਹੀ ਜਿਹੜਾ ਸੰਗੀਤ ਦਾ ਉਹ ਚੱਲਦਾ ਰਿਹਾ, ਪਰ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਗਵਈਏ ਹੋਏ ਨੇ ਉਸ ਵੇਲੇ ਆਵਾਜ਼ ਨੂੰ ਰਿਕਾਰਡ ਕਰਨ ਦਾ ਕੋਈ ਸਿਸਟਮ ਨਹੀਂ ਹੁੰਦਾ ਸੀ। ਜੇ ਉਸ ਸਮੇਂ ਆਵਾਜ਼ ਰਿਕਾਰਡ ਹੁੰਦੀ ਤਾਂ ਸ਼ਾਇਦ ਤਾਨਸੇਨ ਵਰਗੇ ਮਹਾਨ ਗਵਈਏ ਦੀ ਆਵਾਜ਼ ਵੀ ਅਸੀਂ ਅੱਜ ਸੁਣ ਸਕਦੇ ਸੀ। ਤੇ ਆਪਾਂ ਅੱਜ ਗੱਲ ਕਰਾਂਗੇ ਕਿ ਇਹ ਰਿਕਾਰਡਿੰਗ ਦਾ ਜਿਹੜਾ ਸਿਸਟਮ ਹੈ, ਆਵਾਜ਼ ਨੂੰ ਰਿਕਾਰਡ ਕਰਨ ਦਾ ਸਿਸਟਮ ਕਿਵੇਂ ਕਦੋਂ ਸ਼ੁਰੂ ਹੋਇਆ ਤੇ ਇਹਦੇ ਵਿੱਚ ਕਿਵੇਂ ਤਬਦੀਲੀਆਂ ਆਉਂਦੀਆਂ ਗਈਆਂ। ਤੇ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਪੁਰਾਤਨ ਵਸਤੂਆਂ, ਮੈਨੂੰ ਆਸ ਹੈ ਕੁਝ ਚੀਜ਼ਾਂ ਅਜਿਹੀਆਂ ਵੀ ਹੋਣਗੀਆਂ ਜਿਹੜੀਆਂ ਤੁਸੀਂ ਕਦੇ ਵੇਖੀਆਂ ਨਹੀਂ ਹੋਣਗੀਆਂ ਤੇ ਉਹਨਾਂ ਬਾਰੇ ਤੁਸੀਂ ਸੁਣਿਆ ਵੀ ਨਹੀਂ ਹੋਏਗਾ। ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਕੁਝ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨਾਲ ਰੂਬਰੂ ਕਰਾਵਾਂਗੇ। ਅੱਜ ਅਸੀਂ ਚੰਡੀਗੜ੍ਹ ਦੇ ਨੇੜੇ ਉੱਤਰ ਵਾਲੇ ਪਾਸੇ ਸ਼ਿਵਾਲਿਕ ਪਹਾੜੀਆਂ ਦੀ ਗੋਦ ਦੇ ਵਿੱਚ ਵਸੇ ਹੋਏ ਪਿੰਡ ਸਿਉਂਕ ਦੇ ਵਿੱਚ ਬੈਠੇ ਹਾਂ। ਉੱਥੇ ਸਰਦਾਰ ਗੁਰਮੀਤ ਸਿੰਘ ਜੀ ਸਾਡੇ ਨਾਲ ਨੇ, ਜਿਨ੍ਹਾਂ ਨੇ ਸਾਡੇ ਵਿਰਸੇ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ। ਇਹ ਨਿਸ਼ਾਨੀਆਂ ਜਿਨ੍ਹਾਂ ਬਾਰੇ ਅੱਜ ਦੀ ਨਵੀਂ ਪੀੜ੍ਹੀ ਨੂੰ ਸ਼ਾਇਦ ਨਹੀਂ ਪਤਾ ਹੋਊਗਾ, ਕਿਉਂਕਿ ਜਿਹੜਾ ਸਾਡਾ ਦੌਰ ਸੀ ਬੱਚਿਆਂ ਨੂੰ ਕੈਸਟਾਂ ਬਾਰੇ ਪਤਾ ਹੋਊਗਾ, DVD ਬਾਰੇ ਪਤਾ ਹੋਊਗਾ ਤੇ ਜਿਵੇਂ ਪੈਨ ਡਰਾਈਵ ਚੱਲਦੀ ਹੈ ਉਹਦੇ ਬਾਰੇ ਪਤਾ ਹੋਊਗਾ, ਪਰ ਜਿਹੜੀਆਂ ਇਹ ਸਾਡੇ ਵਿਰਸੇ ਦੀਆਂ ਕੁਝ ਪੁਰਾਤਨ ਨਿਸ਼ਾਨੀਆਂ ਨੇ ਉਹਨਾਂ ਬਾਰੇ ਅੱਜ ਦੀ ਪੀੜ੍ਹੀ ਬਿਲਕੁਲ ਨਹੀਂ ਜਾਣਦੀ। ਸੋ ਅੱਜ ਅਸੀਂ ਤੁਹਾਨੂੰ ਪੁਰਾਤਨ ਜਿੰਨੀਆਂ ਚੀਜ਼ਾਂ ਨੇ, ਸਾਡੇ ਵਿਰਸੇ ਨਾਲ ਜੁੜੇ ਹੋਏ ਰਿਕਾਰਡਸ ਨੇ, ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ, ਜਿਹਦੇ ਨਾਲ ਤੁਹਾਡੀ ਜਾਣਕਾਰੀ ਵਿੱਚ ਬਹੁਤ ਵਾਧਾ ਹੋਵੇਗਾ। ਸੋ ਮੈਂ ਬਹੁਤ ਸਵਾਗਤ ਕਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ, ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਦੇ ਸਦਕਾ ਸਾਡੇ ਵਿਰਸੇ ਨਾਲ ਸੰਬੰਧਿਤ ਇਹ ਸਾਰੇ ਜਿਹੜੇ ਪਏ ਨੇ, ਰਿਕਾਰਡਸ ਪਏ ਨੇ, ਮਾਈਕਸ ਪਏ ਨੇ, ਇਹ ਪੁਰਾਤਨ ਮਸ਼ੀਨਾਂ ਪਈਆਂ ਨੇ, ਇਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ। ਜ਼ਾਹਰ ਜੀ ਗੱਲ ਹੈ, ਇਹਨਾਂ ਨੂੰ ਸਾਂਭਣ ਲਈ ਉਹਨਾਂ ਨੇ ਬਹੁਤ ਸਮਾਂ ਵੀ ਲਾਇਆ ਹੋਊਗਾ ਤੇ ਬਹੁਤ ਪੈਸੇ ਵੀ ਖਰਚ ਕੀਤੇ ਹੋਣਗੇ। ਸੋ ਮੈਂ ਆਪਣੇ ਚੈਨਲ HM1 ਤੇ ਉਹਨਾਂ ਦਾ ਸਵਾਗਤ ਕਰਦਾ ਜੀ। ਬਾਬਾ ਜੀ, ਤੁਹਾਡਾ ਬਹੁਤ ਸਵਾਗਤ ਹੈ, ਤੁਹਾਨੂੰ ਜੀ ਆਇਆਂ ਕਹਿੰਦੇ ਆ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਬਾਬਾ ਜੀ, ਮੈਂ ਬੇਨਤੀ ਕਰਨੀ ਚਾਹੁੰਦਾ, ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਇਹ ਪੁਰਾਤਨ ਚੀਜ਼ਾਂ ਤੁਸੀਂ ਇੰਨੀਆਂ ਸਾਂਭੀਆਂ ਹੋਈਆਂ ਨੇ, ਇਹ ਸ਼ੌਕ ਤੁਹਾਨੂੰ ਕਿਵੇਂ ਪੈਦਾ ਹੋਇਆ, ਕਿਵੇਂ ਤੁਹਾਨੂੰ ਇਹ ਸ਼ੌਕ ਲੱਗਿਆ? ਸ਼ੌਕ ਦੀ ਜਿੱਥੇ ਤੱਕ ਗੱਲ ਹੈ ਜੀ, ਮੈਨੂੰ ਛੋਟੇ ਹੁੰਦੇ ਨੂੰ ਜੀ, ਜਿਸ ਟਾਈਮ ਮੈਂ ਤਕਰੀਬਨ 10-12 ਸਾਲ ਦਾ ਸੀਗਾ ਜੀ, ਇਹ ਪੱਥਰ ਵਾਲੇ ਰਿਕਾਰਡ ਜੀ ਪਿੰਡਾਂ ਦੇ ਵਿੱਚ ਜਦ ਕੋਈ ਖੁਸ਼ੀ ਦੇ ਵਿਆਹ ਦਾ ਕੋਈ ਪ੍ਰੋਗਰਾਮ ਹੁੰਦਾ ਸੀਗਾ ਜੀ, ਤਾਂ ਇਹ ਤਕਰੀਬਨ ਚੱਲਦੇ ਹੀ ਹੁੰਦੇ ਸੀਗੇ ਜੀ ਵਿਆਹ ਜੀ। ਅਸੀਂ ਉੱਥੇ ਦੇਖਣਾ ਜੀ ਮਸ਼ੀਨ ਚੱਲਦੀ ਹੋਣੀ ਜੀ, ਤਾਂ ਸੂਈਆਂ ਬਦਲੀਆਂ ਜੀ ਉਹਨਾਂ ਨੇ, ਅਸੀਂ ਰਿਕਾਰਡ ਚੱਲਦਾ ਦੇਖਣਾ ਜੀ। ਤਾਂ ਪਰ ਸ਼ੌਂਕ ਸਾਨੂੰ ਉੱਥੇ ਤੋਂ ਹੀ ਮੈਨੂੰ ਇਹ ਸ਼ੌਂਕ ਲੱਗਿਆ ਜੀ। ਅੱਛਾ, ਬਚਪਨ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਰਿਕਾਰਡ ਚੱਲਦੇ ਸੀ ਉਹਨਾਂ ਨੂੰ ਦੇਖ ਕੇ ਤੁਹਾਡੇ ਮਨ 'ਚ ਵੀ ਇੱਛਾ ਜਾਗਦੀ ਹੁੰਦੀ ਸੀ ਵੀ ਕਾਸ਼ ਮੇਰੇ ਕੋਲ ਵੀ ਇਸ ਤਰ੍ਹਾਂ ਦੇ ਰਿਕਾਰਡ ਹੋਣ। ਇੱਥੋਂ ਤੁਹਾਨੂੰ ਇਹ ਸ਼ੌਂਕ ਪੈਦਾ ਹੋਇਆ। ਤੇ ਪਹਿਲੀ ਵਾਰ ਤੁਸੀਂ ਕੋਈ ਮਸ਼ੀਨ ਖਰੀਦੀ ਜਾਂ ਪਹਿਲੀ ਵਾਰ ਤੁਸੀਂ ਕੋਈ ਤਵਾ ਲਿਆ, ਇਹ ਕਿੱਥੋਂ ਸ਼ੁਰੂ ਹੋਇਆ ਤੁਹਾਡਾ? ਇਹ ਮੇਰਾ ਇਦਾਂ ਹੈ ਜੀ, ਮੇਰੇ ਬਾਬੇ ਦਾਦੇ ਨਾ ਜੀ ਲੱਕੜ ਦਾ ਕੰਮ ਕਰਦੇ ਸੀਗੇ ਜੀ, ਤਾਂ ਮੈਨੂੰ ਆਪਣੇ ਬਜ਼ੁਰਗ ਨਾਲ ਜੀ ਕੰਮ ਕਰਨ ਜਾਣਾ ਪਿਆ ਜੀ। ਇੱਥੇ ਚੰਡੀਗੜ੍ਹ ਪਹਿਲਾਂ ਮੈਂ ਕੰਮ ਕਰਦਾ ਸੀਗਾ ਜੀ। ਕੰਮ ਦੇ ਸਿਲਸਿਲੇ 'ਚ ਮੈਨੂੰ ਸਹਾਰਨਪੁਰ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਜੀ। ਇਹ ਕੋਈ ਤਕਰੀਬਨ ਹੈਗੀ ਜੀ 84-85 ਦੀ ਗੱਲ ਹੈ ਜੀ। ਅੱਛਾ। ਤਾਂ ਉੱਥੇ ਅਸੀਂ ਕੰਮ ਕਰਦੇ ਰਹੇ, 2-4 ਦਿਨ 10 ਦਿਨ ਲੰਘੇ ਜੀ ਉੱਥੇ। ਸਿਆਲ ਦੇ ਦਿਨ ਹੁੰਦੇ ਸੀਗੇ, ਤਾਂ ਸਿਆਲ ਦੇ ਦਿਨ ਸੁਭਾਵਿਕ ਹੈ ਜੀ, ਰੋਟੀ ਅਸੀਂ ਖਾ ਕੇ ਦੁਪਹਿਰੇ ਦੀ ਜੀ ਜਾਂ ਲੰਚ ਕਰਿਆ ਜੀ ਆਪਣਾ, ਤਾਂ ਮੈਂ ਜਾ ਕੇ ਉੱਥੇ ਕੋਠੇ ਤੇ ਨਾ ਉੱਪਰ ਆਰਾਮ ਕਰਨ ਲੱਗ ਗਿਆ ਜੀ। ਤਾਂ ਮੈਂ ਕਿਆ ਦੇਖਦਾ ਜੀ, ਮੇਰੀ ਨਾ ਇੱਕ ਉੱਥੇ ਉਹਨਾਂ ਦੀ ਨਾ ਜਿਹੜੇ ਸਰਦਾਰ ਹੈ ਜਿਹਨੂੰ ਅਸੀਂ ਸਰਦਾਰ ਦੇ ਕੰਮ ਕਰਦੇ ਸੀਗੇ ਜੀ, ਤਾਂ ਉਹਨਾਂ ਦੀ ਨਾ ਇੱਕ ਮਸ਼ੀਨ ਸੀਗੀ ਜੀ ਲੱਕੜ ਦਾ ਬਾਕਸ ਦੇ ਵਿੱਚ ਜੀ, ਉਹ ਮਤਲਬ ਬਿਲਕੁਲ ਬੇਕਾਰ ਹੋਈ ਵੀ ਜੀ, ਉਹ ਸਿੱਟੀ ਪਈ ਸੀਗੀ ਜੀ ਉੱਪਰ। ਅੱਛਾ। ਤਾਂ ਦੇਖੋ ਮੈਂ ਬਚਪਨ ਦੇ ਵਿੱਚ ਤਾਂ ਮਸ਼ੀਨਾਂ ਚੱਲਦੀਆਂ ਦੇਖੀਆਂ ਸੀਗੀਆਂ, ਬਿਲਕੁਲ ਬਿਲਕੁਲ। ਇਸ ਕਰਕੇ ਮੈਨੂੰ ਮਤਲਬ ਉਹਨਾਂ ਦੀ
ਪਛਾਣ ਉਹਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਆਈ ਜੀ। ਹਾਂ, ਤੁਸੀਂ ਸਮਝ ਗਏ ਵੀ ਇਹ ਕੀ ਹੈ? ਵੀ ਇਹ ਗ੍ਰਾਮੋਫੋਨ ਹੀ ਹੈ ਜੀ। ਹੂੰ ਮੈਂ ਆਪਣੇ ਬਜ਼ੁਰਗ ਨਾਲ ਗੱਲ ਕਰੀ ਜੀ, ਮੈਂ ਕਿਹਾ ਜੀ ਇਦਾਂ ਇਦਾਂ ਗੱਲ ਹੈ, ਮੈਨੂੰ ਇਹ ਲੈਣੀ ਹੈ ਜੀ। ਉਹ ਕਹਿੰਦੇ ਤੈਨੂੰ ਕੀ ਕਰਨੀ ਹੈ, ਤੈਨੂੰ ਕੀ ਚਾਹੀਦੀ ਹੈ? ਪਰ ਨਹੀਂ, ਮੈਂ ਕਿਹਾ ਜੀ ਮੈਂ ਲੈਣੀ ਹੈ ਨਾ। ਉਹਨਾਂ ਨੇ ਆਪਣੇ ਸਰਦਾਰ ਨਾਲ ਗੱਲ ਕਰੀ ਜੀ, ਮੈਂ ਉੱਥੋਂ ਤੋਂ ਮਸ਼ੀਨ ਲੈ ਲਈ ਜੀ। ਉਹਨਾਂ ਨੂੰ ਮਸ਼ੀਨ ਦੇ ਹੀ ਦਿੱਤੀ ਜੀ। ਤਾਂ ਉਹ ਮਸ਼ੀਨ ਦੇ ਵਿੱਚ ਕਈ ਪਾਰਟ ਮਤਲਬ ਕਿ ਉਸ ਟਾਈਮ ਚੱਲਦੀ ਨਹੀਂ ਸੀਗੀ ਜੀ ਉਹ ਮਸ਼ੀਨ। ਅੱਛਾ। ਤਾਂ ਮੈਂ ਉਸ ਟਾਈਮ ਸਾਫ ਸਫਾਈਆ ਉਹਦੇ ਵਿੱਚ ਕਰਿਆ ਜੀ, ਤਾਂ ਕਈ ਪਾਰਟ ਉਹਦੇ ਵਿੱਚ ਮਿਸ ਸੀਗੇ ਜੀ। ਤਾਂ ਉੱਥੇ ਆਪਣਾ ਬਾਜ਼ਾਰ ਗਿਆ ਜੀ, ਮੈਂ ਤਾਂ ਮੁਸਲਮਾਨ ਦੀ ਦੁਕਾਨ ਹੁੰਦੀ ਸੀਗਾ ਜੀ। ਉਹ ਨਾ ਪਤਾ ਕਰਿਆ ਜੀ ਵੀ ਕਹਿੰਦੇ ਵੀ ਇੱਥੇ ਮੁਸਲਮਾਨ ਰਿਪੇਅਰ ਦਾ ਕੰਮ ਕਰਦੇ ਆ ਜੀ। ਤਾਂ ਉਹਨਾਂ ਕੋਲ ਗਿਆ ਜੀ, ਤਾਂ ਉਹਨਾਂ ਨੇ ਮੈਂ ਪੁੱਛਿਆ ਜੀ ਵੀ ਮੈਨੂੰ ਇਸ ਤੇ ਜੋ ਵੀ ਪਾਰਟ ਹੈ ਜੀ ਮੈਨੂੰ ਮਿਲ ਜੂਗੇ ਤੁਹਾਡੀ ਦੁਕਾਨ ਤੇ ਜੀ? ਉਹ ਕਹਿਣ ਲੱਗੇ ਹਾਂਜੀ ਮਿਲ ਜੂਗੇ ਜੀ। ਤਾਂ ਉੱਥੋਂ ਮੈਂ ਪਾਰਟ ਲੈ ਕੇ ਉਹ ਮਸ਼ੀਨ ਲੈ ਕੇ ਮੈਂ ਚੰਡੀਗੜ੍ਹ ਆ ਗਿਆ ਜੀ। ਇਸ ਤੇ ਬਾਅਦ ਮੇਰੀ ਥੋੜੀ ਜਿਹੀ ਚੇਟਕ ਸੀਗੀ ਨਾ ਜੀ, ਜਿਹੜੀ ਹੋਰ ਵੱਧਦੀ ਗਈ ਜੀ ਵੀ ਮੈਂ ਇਸ ਤੇ ਅੱਗੇ ਜਿਹੜੀ ਉਹ ਹੈ ਪੁਰਾਣੀ ਉਹ ਵੀ ਮੈਂ ਦੇਖਾਂ ਜੀ। ਠੀਕ ਹੈ ਜੀ, ਪੁਰਾਣੀ ਹੋਰ ਸੁਣਾ ਜੀ ਇਹ ਚੀਜ਼, ਪੁਰਾਣੇ ਕਲਾਕਾਰਾਂ ਦੇ ਸੁਣਾ ਜੀ। ਤਾਂ ਉਸ ਟਾਈਮ ਤਾਂ ਮੈਂ ਤਕਰੀਬਨ ਪਲਾਸਟਿਕ ਦੇ ਰਿਕਾਰਡ ਹੁੰਦੇ ਸੀ, ਉਹੀ ਚਲਾਏ ਜੀ ਉਸ ਤੇ। ਯਾਨੀ ਕਿ ਇੱਥੋਂ ਤੁਸੀਂ ਇਹ ਤਵੇ ਪੁਰਾਣੇ ਤੇ ਮਸ਼ੀਨ ਇਹਨਾਂ ਨੂੰ ਇਕੱਠੇ ਕਰਨਾ ਸ਼ੁਰੂ ਕਰਤੇ ਜੀ। ਤੇ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਸਭ ਤੋਂ ਪਹਿਲਾ ਰਿਕਾਰਡ ਬਣਿਆ, ਜਿਵੇਂ ਕਹਿੰਦੇ ਪੱਥਰ ਦੇ ਤਵੇ ਹੁੰਦੇ ਆ, ਇਹ ਸਭ ਤੋਂ ਪਹਿਲਾਂ ਜਿਹੜਾ ਪੱਥਰ ਦਾ ਰਿਕਾਰਡ ਬਣਿਆ ਕਦੋਂ ਬਣਿਆ ਹੋਊਗਾ ਤੇ ਕਿਵੇਂ ਬਣਿਆ ਹੋਊਗਾ ਤੇ ਕਿਸ ਮਟੀਰੀਅਲ ਦਾ ਇਹ ਬਣਿਆ ਹੋਊਗਾ, ਇਹਦੇ ਬਾਰੇ ਕੋਈ ਜਾਣਕਾਰੀ ਦਿਓ। ਹਾਂਜੀ, ਇਹ ਇਦਾਂ ਇਹਦੀ ਖੋਜ ਜਿਹੜੀ ਹੋਈ ਹੈ ਨਾ ਜੀ, ਇਹ ਖੋਜ ਆਪਣੇ ਇੱਥੇ ਇੰਡੀਆ 'ਚ ਨਹੀਂ ਹੋਈ ਜੀ ਖੋਜ ਇੱਥੇ। ਅੱਛਾ ਜੀ। ਆਪਣਾ ਮੁਲਕ ਸੀਗਾ ਜੀ ਗੁਲਾਮ ਜੀ। ਤਾਂ ਜੋ ਵੀ ਮਤਲਬ ਇਲੈਕਟ੍ਰੋਨਿਕ ਹੋਰ ਸਮਾਨ ਬਾਹਰ ਤੇ ਇੱਥੇ ਤਾਂ ਆਪਣੇ ਬਣਦਾ ਨਹੀਂ ਸੀਗਾ ਜੀ। ਹਾਂਜੀ। ਤਾਂ ਬਾਹਰ ਤੋਂ ਇਹ ਚੀਜ਼ਾਂ ਮਤਲਬ ਅੰਗਰੇਜ਼ ਜੋ ਉਧਰ ਤੇ ਉਹਨਾਂ ਦੇ ਅਫਸਰ ਹੋਰ ਆਉਂਦੇ ਸੀਗੇ, ਜਿਹਨਾਂ ਦੇ ਅਫਸਰ ਇੱਥੇ ਕੰਮ ਕਰਦੇ ਸੀਗੇ, ਉਹ ਆਪਣੇ ਸੁਣਨੇ ਵਾਸਤੇ ਮਤਲਬ ਪਰਸਨਲ ਲੈ ਕੇ ਆਏ ਕਰਦੇ ਸੀਗੇ। ਇੰਗਲੈਂਡ ਤੋਂ ਮੰਗਵਾਉਂਦੇ ਸੀਗੇ ਜੀ, ਕਿ ਉਧਰ ਇਹ ਚੀਜ਼ ਦਾ ਨਿਰਮਾਣ ਮਤਲਬ ਬਿਲਕੁਲ ਹੋ ਗਿਆ ਸੀਗਾ ਜੀ ਉਸ ਟਾਈਮ। ਤਾਂ ਸਭ ਤੋਂ ਮਤਲਬ ਜਿਹੜੀ ਇਹ ਤੁਸੀਂ ਇਹਦੀ ਗੱਲ ਕਰੀ ਵੀ ਇਹਦੀ ਖੋਜ ਕਿੱਥੋਂ ਹੋਈ ਹੈ ਜੀ? ਖੋਜ ਦੀ ਇਹਦਾ ਨਾ ਮਤਲਬ ਖੋਜਾਂ ਤਾਂ ਦੇਖੋ ਜੀ, ਇਹਦੇ ਵਿੱਚ ਇੱਕ ਆਪਾਂ ਕੋਈ ਮਤਲਬ ਕਰਦੇ ਆ ਨਾ, ਇੱਕ ਬੰਦੇ ਦਾ ਯੋਗਦਾਨ ਨਹੀਂ ਇਹਦੇ ਵਿੱਚ ਹੁੰਦਾ ਜੀ। ਪਹਿਲਾਂ ਖੋਜ ਅਸਲ 'ਚ ਚੱਲਦੀ ਹੁੰਦੀ ਹੈ ਜੀ। ਬਿਲਕੁਲ। ਇਹਦੇ ਵਿੱਚ ਮਤਲਬ ਸਭ ਤੋਂ ਜ਼ਿਆਦਾ ਯੋਗਦਾਨ ਹੈ ਜੀ ਆਡੀਸਨ ਦਾ ਜੀ। ਐਡੀਸਨ। ਹਾਂਜੀ। ਅੱਛਾ ਜੀ। ਆਡੀਸਨ ਇਸ ਤੇ ਬਹੁਤ ਮਤਲਬ ਇਹਦੇ ਵਿੱਚ ਸੁਧਾਰ ਲਿਆਇਆ ਜੀ। ਓਕੇ ਜੀ। ਠੀਕ ਹੈ ਜੀ। ਐਡੀਸਨ ਅੱਜ ਵੀ ਜਦੋਂ ਮੈਂ ਵੇਖਦਾ ਤਕਰੀਬਨ ਜਿਹੜੇ ਸਾਡੇ ਕੰਪਿਊਟਰ ਦੇ ਸੌਫਟਵੇਅਰ ਨੇ ਜਿਨ੍ਹਾਂ ਦੇ ਵਿੱਚ ਅੱਜ ਸਟੂਡੀਓ ਦੇ ਵਿੱਚ ਰਿਕਾਰਡਿੰਗਸ ਹੁੰਦੀਆਂ ਨੇ, ਉਹ ਵੀ ਇੱਕ ਐਡੀਸ਼ਨ ਹੁੰਦੀ ਹੈ। ਇਸ ਦਾ ਮਤਲਬ ਅਸੀਂ ਤਾਂ ਸਮਝਦੇ ਸੀ ਵੀ ਐਡੀਸ਼ਨ ਕਿਸੇ ਸੌਫਟਵੇਅਰ ਦਾ ਨਹੀਂ, ਯਾਨੀ ਕਿ ਐਡੀਸ਼ਨ ਕੋਈ ਬੰਦਾ ਸੀਗਾ, ਕੋਈ ਪਰਸਨ ਸੀਗਾ ਜਿਹਨੇ ਆਵਾਜ਼ ਦੀ ਖੋਜ ਕੀਤੀ ਹੈ ਤੇ ਇਹਦੇ ਬਾਰੇ ਉਹਨੇ ਬਲਕਿ ਰਿਕਾਰਡਿੰਗ ਕਿਵੇਂ ਹੁੰਦੀ ਹੈ ਉੱਥੋਂ ਸ਼ੁਰੂ ਹੋਇਆ ਐਡੀਸ਼ਨ ਜੀ। ਤਾਂ ਸਭ ਤੋਂ ਪਹਿਲਾਂ ਸਰ ਜਿਹੜਾ ਰਿਕਾਰਡ ਬਣਿਆ ਨਾ ਜੀ, ਇੱਕ ਸਿਲੰਡਰ ਰਿਕਾਰਡ ਬਣਦਾ ਸੀਗਾ ਜੀ। ਤਵੇ ਤੋਂ ਪਹਿਲਾਂ ਜੀ। ਅੱਛਾ, ਤਵੇ ਤੋਂ ਪਹਿਲਾਂ ਵੀ ਕੋਈ ਹੋਰ ਤਰ੍ਹਾਂ ਦਾ ਰਿਕਾਰਡ ਬਣਦਾ ਸੀ ਜੀ 1877। ਤਾਂ ਉਸ ਟਾਈਮ ਕਿ ਖੋਜ ਇਹ ਮਤਲਬ ਹਲੇ ਮਤਲਬ ਹੋਏ ਰਹੀ ਸੀ ਜੀ। ਤਾਂ ਇਹ ਉਸ ਟਾਈਮ ਜਿਹੜੇ ਰਿਕਾਰਡ ਬਣਿਆ ਸੀ, ਇਹ ਰਿਕਾਰਡ ਪਹਿਲਾਂ ਸਿਲੰਡਰ ਰਿਕਾਰਡ ਬਣਦਾ ਸੀ, ਗੋਲ ਜਿੱਦਾਂ ਆਪਣੇ ਗਲਾਸ ਹੁੰਦਾ ਨਾ ਜੀ, ਗਲਾਸ ਜੀ। ਉਹਦਾ ਮਤਲਬ ਥੋੜਾ ਜਿਹਾ ਸਾਈਜ਼ ਆਪਣਾ 5-6 ਇੰਚ ਦੀ ਮੋਟਾਈ ਹੁੰਦੀ ਸੀਗੀ ਜੀ। ਅੱਛਾ, ਯਾਨੀ ਖੜਵਾ ਰਿਕਾਰਡ ਸੀ ਉਹ? ਨਹੀਂ, ਅੱਛਾ, ਜਿੱਦਾਂ ਆਪਣਾ ਖਰਾਦ ਤੇ ਇੱਕ ਟੂਲ ਆਉਂਦੇ ਆ ਨਾ ਜੀ, ਕੋਈ ਮਤਲਬ ਮੰਨ ਲਓ 4 ਇੰਚ ਦਾ ਜਾਂ 5 ਇੰਚ ਦਾ ਆਪਾਂ ਉਹਦੇ ਲੇਸ ਦੇ ਵਿੱਚ ਬੰਨ੍ਹਦੇ ਆ ਜੀ। ਉਦਾਂ ਦੀ ਮਸ਼ੀਨ ਹੁੰਦੀ ਸੀਗੀ ਜੀ। ਉਹ ਰਿਕਾਰਡ ਹੁੰਦਾ ਸੀ ਜੀ ਮੋਮ ਦਾ। ਅੱਛਾ, ਮੋਮ ਤੋਂ ਬਣਿਆ ਹੋਇਆ ਰਿਕਾਰਡ? ਹਾਂ, ਮੋਮ ਦਾ। ਯਾਨੀ ਕਿ ਪੱਥਰ ਦੇ ਤਵੇ ਤੋਂ ਪਹਿਲਾਂ ਵੀ। ਦਰਸ਼ਕੋ, ਇਹ ਜਾਣਕਾਰੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਾਨੂੰ ਏਦਾਂ ਲੱਗਦਾ ਨਾ ਵੀ ਪੱਥਰ ਦਾ ਤਵਾ ਸਭ ਤੋਂ ਪਹਿਲਾਂ ਹੁੰਦਾ ਸੀ, ਪਰ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਪੱਥਰ ਦੇ ਤਵੇ ਤੋਂ ਪਹਿਲਾਂ ਵੀ ਮੋਮ ਦਾ ਰਿਕਾਰਡ ਹੁੰਦਾ ਸੀ। ਮੋਮ ਦੇ ਵਿੱਚ ਆਵਾਜ਼ ਨੂੰ ਰਿਕਾਰਡ ਕੀਤਾ ਜਾਂਦਾ ਸੀ ਤੇ ਇਹ ਨਵੀਂ ਗੱਲ ਸਾਨੂੰ ਵੀ ਸੁਣਨ ਨੂੰ ਮਿਲੀ ਆ। ਮੈਂ ਵੀ ਅੱਜ ਪਹਿਲੀ ਵਾਰੀ ਗੱਲ ਸੁਣ ਰਿਹਾ। ਅੱਛਾ, ਹੋਰ ਉਹਨਾਂ ਤੋਂ ਜਾਣਕਾਰੀ ਲੈਣੀ ਆ ਜੀ। ਹਾਂਜੀ ਬਾਬਾ ਜੀ, ਮੋਮ ਦਾ ਰਿਕਾਰਡ ਸੀ ਉਸ ਟਾਈਮ ਚਾਬੀ ਵਾਲੀ ਮਸ਼ੀਨ ਹੁੰਦੀ ਸੀਗੀ ਜੀ। ਅੱਛਾ, ਉਹ ਮਸ਼ੀਨ ਨੂੰ ਹੱਥ ਨਾਲ ਘੁਮਾਈ ਕਰਦੇ ਸੀਗੇ ਜੀ, ਗੇੜਾ ਦੇ ਕਰਦੇ ਸੀ। ਅੱਛਾ, ਜਿਵੇਂ ਘੁਮਾਉਣੀ ਦੇ ਨਾਲ ਰਿਕਾਰਡ ਚੱਲਦਾ? ਨਾਲ ਰਿਕਾਰਡ ਚੱਲਦਾ ਸੀ ਜੀ। ਚਾਬੀ ਵਾਲੇ ਫੰਨਰ ਵਾਲਾ ਮਤਲਬ ਸਿਸਟਮ ਵਾਲੇ ਬਣਿਆ ਨਹੀਂ ਸੀਗਾ ਜੀ। ਇਹ ਮਤਲਬ ਸਟਾਰਟਿੰਗ ਦੇ ਦਿਨਾਂ ਦੀ ਗੱਲ ਹੈ ਜੀ। ਅੱਛਾ, ਪਹਿਲੇ ਦਿਨਾਂ। ਠੀਕ ਹੈ ਜੀ। ਤਾਂ ਉਹਨਾਂ ਨੇ ਮੋਮ ਦੇ ਰਿਕਾਰਡ ਤਿਆਰ ਹੋ ਗਏ ਜੀ। ਤਾਂ ਮਸ਼ੀਨ ਤਿਆਰ ਹੋ ਗਈ ਜੀ। ਹੱਥ ਨਾਲ ਉਹਦੇ ਗੇੜਾ ਕਰਕੇ ਉਹਦੇ ਮਤਲਬ ਸਮਝੋ ਉਹਦੇ ਵਿੱਚ ਸੁਧਾਰ ਹੀ ਹੋ ਰਿਹਾ ਸੀਗਾ ਜੀ। ਠੀਕ ਹੈ ਜੀ। ਮੋਮ ਜਿਆਦਾ ਰਿਕਾਰਡ ਤਿਆਰ ਹੋ ਗਿਆ ਜੀ। ਐਡੀਸ਼ਨ ਦੇਖੇ ਮੈਂ ਆਪਣੀ ਜਿਹੜੀ ਮੇਰੀ ਮਿਹਨਤ ਹੈ ਇਹਦੇ ਵਿੱਚ ਥੋੜੇ ਜਿਹਾ ਰੰਗ ਮਤਲਬ ਆ ਰਿਹਾ ਹੈ ਜੀ। ਠੀਕ ਹੈ ਜੀ। ਤਾਂ ਅੱਗੇ ਉਹਨਾਂ ਨੇ ਕਿਆ ਕਰਿਆ ਜੀ, ਆਪਣਾ ਇਹ ਜਿਹੜੀ ਮਸ਼ੀਨ ਹੁੰਦੀ ਸੀ ਨਾ ਜੀ, ਇਹ ਮਸ਼ੀਨ ਉਸ ਟਾਈਮ ਮਤਲਬ ਆਮ ਪਬਲਿਕ ਵਾਸਤੇ ਦੀ ਮਤਲਬ ਲਿਮਟ ਦੇ ਵਿੱਚ ਨਹੀਂ ਹੁੰਦੀ ਸੀ ਇਹ।
ਅੱਛਾ, ਯਾਨੀ ਕਿ ਆਮ ਮਾਰਕੀਟ ਦੇ ਵਿੱਚ ਮਸ਼ੀਨ ਨਹੀਂ ਸੀ ਮਿਲਦੀ। ਨਹੀਂ ਸੀਗੀ ਜੀ। ਠੀਕ ਹੈ। ਇਹ ਉੱਧਰ ਜਿਹੜੇ ਮਤਲਬ ਕਾਫੀ ਸ਼ਾਪ ਹੁੰਦੇ ਸੀਗੇ ਜੀ। ਜੀ ਜਾਂ ਵੱਡੇ ਵੱਡੇ ਬੰਦੇ ਹੁੰਦੇ ਸੀਗੇ ਜੀ। ਜੀ, ਉਹਨਾਂ ਕੋਲੇ ਮਸ਼ੀਨ ਹੁੰਦੀ ਸੀਗੀ ਜੀ। ਜਾਂ ਕਿਸੇ ਨੇ ਰੈਸਟੋਰੈਂਟ ਦੇ ਵਿੱਚ ਜਾਣਾ ਜੀ। ਜੀ ਜਾਂ ਕਿਸੇ ਨੇ ਕਾਫੀ ਪੀਣ ਜਾਣਾ ਜੀ। ਜੀ, ਤਾਂ ਉੱਥੇ ਹੋਟਲਾਂ ਦੇ ਵਿੱਚ ਇਹ ਮਸ਼ੀਨ ਪਈ ਹੁੰਦੀ ਸੀਗੀ ਜੀ। ਮਤਲਬ ਕਈ ਤਾਂ ਮਤਲਬ ਆਪਣੀ ਮਤਲਬ ਹੋਟਲ ਦੀ ਉਹ ਕਰਨੇ ਵਾਸਤੇ ਜੀ। ਠੀਕ ਹੈ ਜੀ। ਹੋਟਲ ਦੀ ਪ੍ਰਮੋਸ਼ਨ ਕਰਨ ਵਾਸਤੇ ਵੱਧ ਤੋਂ ਵੱਧ ਗਾਹਕ ਮੇਰੇ ਹੋਟਲ ਚੋਂ ਗਾਹਕਾਂ ਦਾ ਇੱਕ ਅਟਰੈਕਸ਼ਨ ਦਾ ਕੇਂਦਰ ਸੀ ਮਸ਼ੀਨ ਇਹ। ਜੀ ਠੀਕ ਹੈ ਜੀ। ਜੀ। ਤਾਂ ਉਸ ਟਾਈਮ ਜਿਹੜੀ ਉਹ ਰਿਕਾਰਡਿੰਗ ਹੁੰਦੀ ਸੀ, ਮਤਲਬ ਕੋਈ ਇਦਾਂ ਦੇ ਮਤਲਬ ਜਿਹੜੇ ਉੱਧਰ ਦੇ ਕਲਾਕਾਰ ਹੁੰਦੇ ਸੀ, ਉਹ ਰਿਕਾਰਡ ਜਿਹੜੇ ਇੱਕ ਤਾਂ ਮੈਂ ਹੋਰ ਵੀ ਥੋੜੇ ਜਿਹੇ ਇਹਦੇ ਵਿੱਚ ਥੋੜਾ ਵਾਧਾ ਕਰਨਾ ਜੀ ਗੱਲ। ਜੀ ਜੀ। ਉਹ ਰਿਕਾਰਡ ਦੇ ਵਿੱਚ ਆਪਣੇ ਹਿੰਦੀ ਰਿਕਾਰਡ ਬਿਲਕੁਲ ਨਹੀਂ ਬਣਿਆ ਜੀ, ਇੰਗਲਿਸ਼ ਹੀ ਰਿਕਾਰਡ ਬਣਿਆ ਜੀ। ਅੱਛਾ, ਇੰਗਲਿਸ਼ ਰਿਕਾਰਡ ਹੀ ਹੋਇਆ। ਹਾਂ ਜੀ, ਉਹ ਰਿਕਾਰਡ ਇੱਥੇ ਇੰਡੀਆ 'ਚ ਆਈ ਵੀ ਨਹੀਂ ਹੈ ਜੀ। ਅੱਛਾ ਜੀ। ਠੀਕ ਹੈ ਜੀ। ਉਹ ਮਸ਼ੀਨ ਉੱਧਰ ਹੀ ਚੱਲੀ ਹੈ ਜੀ। ਮਸ਼ੀਨ ਉੱਧਰ ਬਿਲਕੁਲ। ਇੱਕਾ ਦੁੱਕੀ ਕਦੀ ਮਤਲਬ ਉਹ ਜਿਹੜੇ ਅੰਗਰੇਜ਼ ਆ ਉਹ ਲੈ ਕੇ ਆਏ ਹੋਣਗੇ ਜੀ, ਪਰ ਆਪਣੇ ਇੱਥੇ ਨਹੀਂ ਚੱਲੀ ਜੀ ਉਹ। ਜੀ ਜੀ ਜੀ। ਠੀਕ ਹੈ ਜੀ। ਤਾਂ ਉਹ ਮਸ਼ੀਨ ਦੇ ਵਿੱਚ ਇਹਨਾਂ ਨੇ ਫਿਰ ਸੁਧਾਰ ਕਰਿਆ ਜੀ। ਉਹ ਮਸ਼ੀਨ ਦੇ ਵਿੱਚ ਲਾਏ ਨੇ ਫੰਨਰ ਜੀ। ਅੱਛਾ, ਚਾਬੀ ਵਾਲੀ ਮਸ਼ੀਨ ਕਰਤੀ ਜੀ। ਅੱਛਾ, ਜਿਹੜੀ ਹੱਥ ਨਾਲ ਘੁੰਮਦੀ ਸੀ, ਯਾਨੀ ਇਹਨੂੰ ਚਾਬੀ ਵਾਲੀ ਚ ਕਨਵਰਟ ਚਾਬੀ ਕਰਤਾ ਵਾਲੀ। ਵੀ ਚਾਬੀ ਦੇ ਕੇ ਤੇ ਛੱਡ ਦਈਏ ਤੇ ਮਸ਼ੀਨ ਚੱਲਦੀ ਰਹੇ। ਹਾਂ ਜੀ। ਉਹਨਾਂ ਨੇ ਮਤਲਬ ਜਿਹੜੀ ਉਹਨਾਂ ਦੀ ਮਤਲਬ ਖੋਜ ਸੀ, ਉਹਦੇ ਵਿੱਚ ਇੱਕ ਮਤਲਬ ਵੀ ਇੱਕ ਸਟੈਪ ਹੋਰ ਚੱਲੀ ਗਏ ਜੀ। ਜੀ। ਤਾਂ ਇਸ ਤੋਂ ਅੱਗੇ ਜੀ ਇਸ ਜਿਹੜੀ ਮਸ਼ੀਨ ਚੱਲੀ ਹੈ ਜੀ, ਇਹ ਮਸ਼ੀਨ ਮਿੱਟੀ ਦੇ ਤੇਲ ਨਾਲ ਵੀ ਚੱਲੀ ਹੈ ਜੀ। ਅੱਛਾ। ਹਾਂ ਜੀ। ਮਿੱਟੀ ਦੇ ਤੇਲ ਨਾਲ। ਮਿੱਟੀ ਦੇ ਤੇਲ ਨਾਲ ਜੀ। ਵਾਹ ਜੀ ਵਾਹ। ਕਿਉਂ ਮਿੱਟੀ ਦੇ ਤੇਲ ਦੇ ਦੇਣਾ ਜੀ, ਆਪਣੇ ਇੱਥੇ ਪੱਖੇ ਨਹੀਂ ਆਏ ਜੀ। ਜੀ। ਉਸ ਟਾਈਮ ਮਿੱਟੀ ਦੇ ਤੇਲ ਇੱਕ ਦੀਵਾ ਜਿਹਾ ਹੁੰਦਾ ਸੀਗਾ ਜੀ, ਉਹਦੇ ਨਾਲ ਉਹਦੇ ਜਿੱਦਾਂ ਆਪਣਾ ਪਹਿਲਾਂ ਰੇਲ ਗੱਡੀਆਂ ਚੱਲਦੀ ਸੀ ਨਾ ਕੋਲੇ ਵਾਲੀ ਭਾਫ ਵਾਲੀਆਂ। ਜੀ 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 ਜੀ। ਇਦਾਂ ਦਾ ਸਿਸਟਮ ਬਣਿਆ ਹੁੰਦਾ ਸੀ। ਉਹ ਪਿਸਟਨ ਉੱਪਰ ਥੱਲੇ ਹੁੰਦਾ ਸੀ ਨਾ ਜੀ। ਜੀ। ਤਾਂ ਉਹ ਗੇੜਾ ਮਤਲਬ ਜਿੱਦਾਂ ਪੱਖੇ ਨੂੰ ਉਦਾਂ ਹੀ ਉਹ ਮਸ਼ੀਨ ਦੇ ਵਿੱਚ ਉਹ ਗੇੜਾ ਦਿੰਦਾ ਸੀ ਕਿ ਮਸ਼ੀਨ ਚੱਲ ਪੈਂਦੀ ਸੀਗੀ ਜੀ। ਜੀ। ਠੀਕ ਹੈ ਜੀ। ਦਰਸ਼ਕੋ, ਨਵੀਂ ਗੱਲ ਸੁਣਨ ਨੂੰ ਮਿਲੀ ਹੈ ਕਿ ਜੀ ਪਹਿਲੀਆਂ ਸਾਡੀਆਂ ਮਸ਼ੀਨਾਂ ਸੀ, ਮਿਊਜ਼ਿਕ ਚੱਲਦਾ ਸੀ ਜਿਨ੍ਹਾਂ ਦੇ, ਉਹ ਮਸ਼ੀਨ ਜਿਵੇਂ ਰੇਲ ਗੱਡੀ ਭਾਫ ਦੇ ਨਾਲ ਇੰਜਣ ਚੱਲਦੇ ਹੁੰਦੇ ਸੀ ਨਾ ਰੇਲ ਗੱਡੀ ਦੇ ਪਹਿਲਾਂ, ਉਦਾਂ ਕਹਿੰਦੇ ਵੀ ਮਿੱਟੀ ਦਾ ਤੇਲ ਪਾ ਕੇ ਵੀ ਮਸ਼ੀਨ ਨੂੰ ਉਹਦੇ ਪਿਸਟਨ ਲੱਗਿਆ ਹੁੰਦਾ ਸੀ, ਪਿਸਟਨ ਦੇ ਰਾਹੀਂ ਮਿਊਜ਼ਿਕ ਵਾਲੀਆਂ ਮਸ਼ੀਨਾਂ ਚੱਲਦੀਆਂ ਸੀ। ਬਹੁਤ ਵਧੀਆ ਜਾਣਕਾਰੀ ਸਾਨੂੰ ਭਾਈ ਸਾਹਿਬ ਤੋਂ ਮਿਲੀ ਹੈ। ਹਾਂਜੀ ਬਾਬਾ ਜੀ, ਅੱਗੇ ਦੱਸੋ। ਅੱਛਾ, ਉਹ ਜਿਹੜੇ ਆਪਣੇ ਹੁੰਦੇ ਸੀਗੇ ਨਾ ਜੀ ਆਪਣੇ ਉਹਨਾਂ ਰਿਕਾਰਡਾਂ ਦੇ ਵਿੱਚ ਫਿਰ ਥੋੜੀ ਸੁਧਾਰ ਹੁੰਦੀ ਰਹੀ ਜੀ। ਮੋਮ ਵਾਲੇ ਰਿਕਾਰਡ ਦੇ ਵਿੱਚ ਸੁਧਾਰ ਹੋਈ ਜੀ। ਫਿਰ ਉਹਨਾਂ ਦੇ ਡੱਬੇ ਲੋਹੇ ਦੇ ਡੱਬੇ ਹੁੰਦੇ ਸੀ, ਕਿਉਂ ਨਾਜ਼ੁਕ ਹੁੰਦੇ ਸੀਗੇ ਜੀ। ਹਾਂਜੀ ਹਾਂਜੀ। ਮਤਲਬ ਸਪੈਸ਼ਲ ਉਹਨਾਂ ਦੇ ਡੱਬੇ ਬਹੁਤ ਅੱਛੇ ਡੱਬੇ ਬਣਦੇ ਸੀ, ਮਹਿੰਗੇ ਡੱਬੇ ਹੁੰਦੇ ਸੀਗੇ ਜੀ ਉਹ ਉਹਨਾਂ ਨੂੰ ਸਾਂਭਣ ਵਾਸਤੇ ਜੀ। ਅੱਛਾ, ਨੰਬਰ 2 ਉਸ ਤੇ ਜੋ ਨੀਡਲ ਚੱਲਦੀ ਸੀਗੀ ਨਾ, ਫਾਈਬਰ ਦੀ ਨੀਡਲ ਚੱਲਦੀ ਸੀਗੀ ਜੀ। ਮੋਮ ਹੋਣ ਕਰਕੇ ਕਿਉਂ ਆਪਣੀ ਲੋਹੇ ਦੀ ਨੀਡਲ ਚੱਲਦੀ ਸੀ, ਉਹ ਖਰਾਬ ਕਰਦੀ ਸੀਗੀ। ਅੱਛਾ, ਇੱਕ ਜਿਹੜੀ ਉਸ ਟਾਈਮ ਰਿਕਾਰਡਿੰਗ ਸੀ, ਫਸਟ ਰਿਕਾਰਡਿੰਗ ਸਿਲੰਡਰ ਦੇ ਰਿਕਾਰਡਾਂ ਵਿੱਚ ਹੁੰਦੀ ਸੀ ਨਾ ਜੀ। ਤਾਂ ਉਸ ਟਾਈਮ ਰਿਕਾਰਡਿੰਗ ਜਿਹੜਾ ਆਪਣਾ ਜਿੱਦਾਂ ਆ ਦੇਖੋ ਜੀ, ਇਹ ਹੈ, ਇਹਨੂੰ ਹਾਰਨ ਕਹਿੰਦੇ ਆ ਜੀ ਆਪਾਂ। ਜੀ ਜੀ। ਠੀਕ ਹੈ ਜੀ। ਪੰਜਾਬੀ ਦੇ ਵਿੱਚ ਇਹਨੂੰ ਆਪਾਂ ਭੂਪਨਾ ਵੀ ਇੱਥੇ ਕਹਿੰਦੇ, ਭੂਪਨਾ ਵਾਲੀ ਮਸ਼ੀਨ ਜੀ। ਠੀਕ ਹੈ, ਪੰਜਾਬੀ ਭਾਸ਼ਾ ਦੇ ਵਿੱਚ। ਠੀਕ ਹੈ ਜੀ ਜੀ। ਤਾਂ ਜਿਸ ਟਾਈਮ ਕਿਸੇ ਕਲਾਕਾਰ ਦੀ ਰਿਕਾਰਡਿੰਗ ਕਰਨੀ ਹੁੰਦੀ ਸੀ ਨਾ ਜੀ, ਤਾਂ ਉਹ ਹਾਰਨ ਦੇ ਅੱਗੇ ਬੋਲਦੇ ਸੀਗੇ ਜੀ। ਇਹਦੇ ਵਿੱਚ ਇਲੈਕਟ੍ਰੋਨਿਕ ਦਾ ਕੋਈ ਕੰਮ ਨਹੀਂ ਹੁੰਦਾ ਸੀਗਾ ਜੀ। ਅੱਛਾ, ਹਾਰਨ ਦੇ ਵਿੱਚੋਂ ਬੋਲਣਾ। ਹਾਂ, ਮਤਲਬ ਕਿ ਹੁਣ ਤਾਂ ਹਾਰਨ ਚੋਂ ਆਵਾਜ਼ ਬਾਹਰ ਹੁੰਦੀ ਹੈ, ਉਧਰ ਉਹ ਵਿੱਚ ਇਧਰੋਂ ਬੋਲਦੇ ਸੀ। ਹਾਂ ਜੀ। ਸਿਲੰਡਰ ਰਿਕਾਰਡ ਜਿਹੜਾ ਗੇੜਾ ਦਿੰਦਾ ਸੀਗਾ ਜੀ। ਤਾਂ ਉੱਪਰ ਜਿਸ ਟਾਈਮ ਹਾਰਨ ਚ ਬੋਲਦੇ, ਉਹਦੇ ਨਾਲ ਥੱਲੇ ਇੱਕ ਆ ਦੇਖੋ ਜੀ, ਮੈਂ ਤੁਹਾਨੂੰ ਦੱਸ ਦਿੰਦਾ, ਇਹ ਪਿਆ ਜੀ ਮੇਰੇ ਕੋਲ। ਅੱਛਾ, ਇਹਨੂੰ ਕਹਿੰਦੇ ਜੀ ਸਾਊਂਡ ਬਾਕਸ ਜੀ, ਮਤਲਬ ਸਾਊਂਡ ਦਾ ਬਾਕਸ ਜੀ। ਮਤਲਬ ਕਿ ਸਾਊਂਡ ਨੂੰ ਸਟੋਰ ਕਰਨ ਵਾਲਾ ਇੱਕ ਯੰਤਰ। ਹਾਂ ਜੀ। ਸਟਾਰਟਿੰਗ ਦੇ ਵਿੱਚ ਜਿਹੜੀ ਇੱਥੇ ਇੱਕ ਨੀਡਲ ਲੱਗੀ ਵੀ ਹੁੰਦੀ ਹੈ ਜੀ, ਇੱਥੇ ਨੀਚੇ ਜੀ। ਜਿਸ ਟਾਈਮ ਇਹ ਮਤਲਬ ਜਿਹੜਾ ਸਿਲੰਡਰ ਰਿਕਾਰਡ ਹੁੰਦਾ ਸੀਗਾ ਨਾ ਜੀ, ਤਾਂ ਉਸ ਟਾਈਮ ਉਹ ਨੀਡਲ ਥੱਲੇ ਘੁੰਮਦਾ ਸੀਗਾ ਜੀ। ਜਿਹੜੀ ਉੱਪਰ ਤੇ ਆਵਾਜ਼ ਆਉਂਦੀ ਸੀ ਨਾ, ਇਹਦੇ ਵਿੱਚ ਇੱਕ ਨਾ ਇਹ ਮਤਲਬ ਆਪਣਾ ਪਰਦਾ, ਜਿੱਦਾਂ ਸਪੀਕਰ ਦਾ ਪਰਦਾ ਹੁੰਦਾ ਜੀ। ਇਹ ਸਪੈਸ਼ਲ ਧਾਤ ਦੇ ਬਣੇ ਗਏ ਜੀ ਇਹ। ਅੱਛਾ ਜੀ। ਇਹ ਮਤਲਬ ਜਿੱਦਾਂ ਮਤਲਬ ਉੱਪਰ ਬੰਦਾ ਬੋਲਦਾ ਸੀ ਨਾ, ਉਹ ਆਵਾਜ਼ ਮਤਲਬ ਇਹ ਦੇਖ ਲਓ ਵੀ ਜਿੱਦਾਂ ਆਪਣੇ ਕਿਹਨੂੰ ਪਿੱਚ ਨੂੰ ਬੋਲਦੇ ਆ ਜੀ। ਅੱਛਾ ਜੀ। ਮਤਲਬ ਜਦੋਂ ਆਵਾਜ਼ ਮਤਲਬ ਇੰਨੀ ਛੋਟੀ ਜਗ੍ਹਾ ਨੂੰ ਨਿਕਲੇ, ਆਵਾਜ਼ ਦਾ ਮਤਲਬ ਜ਼ਿਆਦਾ ਪ੍ਰੈਸ਼ਰ ਬਣ ਜਾਂਦਾ ਜੀ। ਪ੍ਰੈਸ਼ਰ ਕਾਰਨ ਜੀ ਇਹਦੇ ਜਿਹੜਾ ਇਹ ਹੁੰਦਾ ਸੀਗਾ ਨਾ, ਇਹ ਵਾਈਬ੍ਰੇਟ ਕਰਦਾ ਸੀਗਾ ਜੀ। ਵਾਈਬ੍ਰੇਸ਼ਨ ਕਰਕੇ ਉਹ ਸੂਈ ਕਰਦੀ ਸੀਗੀ ਜੀ। ਜਿੱਦਾਂ ਇਹ ਮਤਲਬ ਇਹ ਹਰਕਤ ਕਰਦੀ, ਉਦਾਂ ਦੀ ਉਹਦੇ ਵਿੱਚ ਨਾ ਫ੍ਰੀਕੁਐਂਸੀ ਆ ਜਾਂਦੀ ਸੀਗੀ ਜੀ। ਓਕੇ, ਯਾਨੀ ਕਿ ਜਿੱਦਾਂ ਜਿਹਨੇ ਹਰਕਤ ਕਰਨੀ ਤੇ ਉਦਾਂ ਇਹਦੇ ਵਿੱਚ ਆਵਾਜ਼ ਹੈ ਜੀ ਸਟੋਰ ਹੋ ਜਾਣੀ, ਰਿਕਾਰਡ ਹੋ ਜਾਣੀ। ਠੀਕ ਹੈ ਜੀ। ਬਾਬਾ ਜੀ, ਜਿਹੜਾ ਤੁਸੀਂ ਮੈਨੂੰ ਸਾਊਂਡ ਰਿਕਾਰਡ ਦਿਖਾਇਆ, ਇਹ ਕਿੰਨਾ ਕੁ ਪੁਰਾਣਾ ਹੋਊਗਾ ਤੇ ਕਿੱਥੋਂ ਦਾ ਬਣਿਆ ਹੋਊਗਾ, ਇਹਦੇ ਬਾਰੇ ਕੁਝ ਜਾਣਕਾਰੀ ਦਿਓ। ਇਹ ਤਕਰੀਬਨ 1970-65 ਦੇ ਕਰੀਬ ਦਾ ਬਣਿਆ ਸੰਦਾ ਜੀ ਜੀ। ਲੇਕਿਨ ਇਸ ਤੋਂ ਪੁਰਾਣੇ ਜਿਹੜੇ ਸਾਊਂਡ ਬਾਕਸ ਹੁੰਦੇ ਸੀਗੇ ਨਾ, ਇਹਦੇ ਜਿਹੜੀ ਅੰਦਰ ਧਾਤ ਲੱਗਦੀ ਸੀਗੀ ਜੀ, ਇਹਦੇ ਵਿੱਚ ਫਰਕ ਹੁੰਦਾ ਸੀਗਾ ਜੀ। ਕਿਉਂ ਇੰਨੀ ਤਰੱਕੀ ਹੋਈ ਨਹੀਂ ਸੀਗੀ ਜੀ। ਉਸ ਟਾਈਮ ਇੱਕ ਕੰਚ ਟਾਈਪ ਚੀਜ਼ ਆਇਆ ਕਰਦੀ ਸੀਗੀ, ਯਾਨੀ ਕਿ ਪੁਰਾਣੇ ਸਾਊਂਡ ਰਿਕਾਰਡ ਦਾ ਇਹ ਨਵਾਂ ਰੂਪ ਹੈ। ਹਾਂ ਜੀ, ਨਵੇਂ ਰੂਪ ਜੀ। ਠੀਕ ਹੈ, ਜਿੱਦਾਂ ਮਤਲਬ ਆਪਣੇ ਕੋਲ ਪਏ ਜੋ ਇਸ ਤੇ ਪੁਰਾਣਾ ਹੈ ਜੀ, ਹੋਰ ਵੀ ਆਪਣੇ ਕੋਲ ਪੁਰਾਣੇ ਪਏ ਹੈ ਜੀ। ਠੀਕ ਹੈ ਜੀ। ਇਦਾਂ ਇਹਦੇ ਵਿੱਚ ਸੁਧਾਰ ਹੁੰਦਾ ਰਿਹਾ ਜੀ। ਦਰਸ਼ਕੋ, ਇਹ ਜਿਹੜੀ ਚੀਜ਼ ਹੈ ਤੋਂ ਪੁਰਾਣੀਆਂ ਵੀ ਯੰਤਰ ਸਾਡੇ ਕੋਲ ਪਏ ਨੇ, ਤੇ ਇਹ ਮਤਲਬ ਕਿ ਸਾਊਂਡ ਨੂੰ ਰਿਕਾਰਡ ਕਰਨ ਦਾ, ਸਾਊਂਡ ਨੂੰ ਸਟੋਰ ਕਰਨ ਦਾ, ਆਵਾਜ਼ ਨੂੰ ਰਿਕਾਰਡ ਕਰਨ ਦਾ ਉਸ ਵਕਤ
ਇੱਕ ਯੰਤਰ ਹੁੰਦਾ ਸੀ ਜਿਹਦੇ ਨਾਲ ਆਵਾਜ਼ ਰਿਕਾਰਡ ਕੀਤੀ ਜਾਂਦੀ ਸੀ। ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਜਾਣਕਾਰੀ ਦੇਣ ਲਈ। ਤੇ ਹੁਣ ਭਾਈ ਸਾਹਿਬ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ ਕਿ ਤੁਹਾਡੇ ਕੋਲ ਜਿਹੜਾ ਇਹ ਸਾਰਾ ਪੁਰਾਤਨ ਚੀਜ਼ਾਂ ਪਈਆਂ ਨੇ, ਬੜੀਆਂ ਅਮੋਲਕ ਵਸਤਾਂ ਕਹਿ ਸਕਦੇ ਹਾਂ ਤੁਹਾਡੇ ਕੋਲ ਪਈਆਂ ਨੇ, ਤੁਹਾਡੇ ਕੋਲ ਇਸ ਵਕਤ ਸਭ ਤੋਂ ਪੁਰਾਣਾ ਰਿਕਾਰਡ ਕਿਹੜਾ ਹੈ ਤੇ ਉਹ ਕਿਸ ਚੀਜ਼ ਦਾ ਬਣਿਆ ਹੋਇਆ, ਕਿਹੜੀ ਧਾਤ ਦਾ ਬਣਿਆ ਹੋਇਆ, ਇਹਦੇ ਬਾਰੇ ਜਾਣਕਾਰੀ ਦਿਓ। ਜਿੱਦਾਂ ਆਪਾਂ ਪਿੱਛੇ ਦੱਸ ਕੇ ਹਟਿਆ ਜੀ, ਮੈਂ ਤੁਹਾਨੂੰ ਮੋਮ ਦੇ ਰਿਕਾਰਡ ਬਹੁਤ ਦੇਰ ਚੱਲੇ ਜੀ 1877 ਤੋਂ ਲੈ ਕੇ ਨਾ ਜੀ ਚੱਲਦੇ ਸੀ ਉਸ ਵੇਲੇ, ਬਹੁਤ ਕਈ ਦਹਾਕਿਆਂ ਤੱਕ ਚੱਲੇ ਜਿਹੜੇ 1800 ਦੇ ਐਂਡ ਤੱਕ ਚੱਲਦੇ ਰਹੇ ਐਂਡ ਤੱਕ ਚੱਲਦੇ ਰਹੇ ਜੀ। ਫਿਰ ਸਿੰਗਲ ਰਿਕਾਰਡ ਬਣਿਆ ਜੀ ਗੋਲ ਤਵੇ ਦੇ ਰੂਪ ਹਾਂ ਜੀ, ਤਵੇ ਦੇ ਰੂਪ ਜੀ। ਇਹ ਕਿਹੜੀ ਧਾਤ ਦਾ ਬਣਿਆ ਹੋਇਆ ਉਹ ਜਾਣਕਾਰੀ ਦਿਓ। ਇਹ ਇੱਕ ਨਾ ਲਾਖ ਹੁੰਦੀ ਹੈ ਜੀ, ਲਾਖ। ਅੱਛਾ, ਇਹ ਲਾਖ ਕੀ ਚੀਜ਼ ਹੈ? ਲਾਖ ਜਿੱਦਾਂ ਆਪਣਾ ਇਹ ਫਰਨੀਚਰ ਬਣਦਾ ਹੈ ਨਾ ਜੀ ਜੀ, ਬੈੱਡ ਬਣਦੇ ਆ, ਕੁਰਸੀਆਂ ਬਣਦੀਆਂ ਜੀ ਉਹਨਾਂ ਤੇ ਪਾਲਸ ਹੋਏ ਕਰਦੇ ਸੀ ਜੀ ਪਹਿਲਾਂ ਜੀ। ਹਾਂਜੀ, ਪਾਲਸ ਦੇ ਵਿੱਚ ਨਾ ਇਹ ਮਤਲਬ ਕਿ ਲੈਮੀਨੇਸ਼ਨ ਸਮਝ ਲਓ, ਇਹ ਪਾਲਸ ਹੁੰਦੀ ਸੀ ਜੀ ਕੁਰਸੀਆਂ ਨੂੰ ਜੀ। ਅੱਛਾ, ਉਹ ਲਾਖ ਨੂੰ ਨਾ ਸਪਿੱਟ ਦੇ ਵਿੱਚ ਪਾ ਦੇਣਾ ਜੀ, ਉਹਦੇ ਵਿੱਚ ਘੁਲ ਜਾਂਦੀ ਸੀਗੀ ਜੀ। ਇਹ ਜਿਹੜੀ ਲਾਖ ਹੁੰਦੀ ਕਿ ਕੀੜਾ ਬਣਾਉਂਦਾ ਜੀ, ਆਪਣੇ ਜੰਗਲ ਦੇ ਵਿੱਚ ਹੁੰਦੇ ਜੀ ਨਾ ਜੀ ਦਰਖਤ ਜੀ। ਅੱਛਾ ਜੀ, ਉਹ ਉਸ ਮਟੀਰੀਅਲ ਦੇ ਸਭ ਤੋਂ ਪਹਿਲਾਂ ਰਿਕਾਰਡ ਬਣੇ ਆ ਜੀ। ਅੱਛਾ, ਯਾਨੀ ਕਿ ਪੱਥਰ ਦਾ ਰਿਕਾਰਡ ਨਹੀਂ ਬਣਿਆ, ਜਿਹੜਾ ਸਭ ਤੋਂ ਪਹਿਲਾ ਰਿਕਾਰਡ ਹੈ ਦਰਸ਼ਕੋ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹ ਲਾਖ ਯਾਨੀ ਕਿ ਇੱਕ ਕੀੜੇ ਦੁਆਰਾ ਪੈਦਾ ਕੀਤਾ ਗਿਆ ਇੱਕ ਗੂੰਦ ਵਰਗਾ ਕਹਿ ਸਕਦੇ ਹਾਂ, ਗੂੰਦ ਵਰਗੀ ਧਾਤ ਹੈ। ਸਭ ਤੋਂ ਜਿਹੜੇ ਪਹਿਲਾ ਮੋਮ ਦਾ ਰਿਕਾਰਡ ਤੇ ਉਸ ਤੋਂ ਬਾਅਦ ਲਾਖ ਦਾ ਜਿਹੜਾ ਗੋਲ ਰੂਪ ਤੇ ਦਾ ਤਵੇ ਦਾ ਆਇਆ, ਉਹ ਲਾਖ ਦਾ ਰਿਕਾਰਡ ਬਣਿਆ। ਠੀਕ ਹੈ, ਇਹ ਤਕਰੀਬਨ 1800 ਦਾ ਲਾਸਟ ਤੇ 1900 ਦੇ ਸ਼ੁਰੂਆਤੀ ਦੌਰ ਦੀ ਗੱਲ ਤੁਸੀਂ ਦੱਸੀ ਹੈ। ਤੁਹਾਡੇ ਕੋਲ ਜਿਹੜਾ ਪਿਆ ਸਾਨੂੰ ਉਹਦੇ ਵਿੱਚੋਂ ਕੋਈ ਆਵਾਜ਼ ਹੈ ਉਹ ਸੁਣਾਓ। ਮੇਰੇ ਕੋਲ ਜਿਹੜਾ ਸਿੰਗਲ ਰਿਕਾਰਡ ਹੈ ਨਾ ਜੀ, ਉਸ ਟਾਈਮ ਹਿੰਦੀ ਦੇ ਵਿੱਚ ਕੁਝ ਬੋਲੇ ਪੁਰਾਣੇ ਉਹਨਾਂ ਦੇ ਕਲਾਕਾਰ ਹੋਣੇ ਜੀ। ਯਾਨੀ ਇਹ ਹੋਊਗਾ 1900 ਤੋਂ ਪਹਿਲਾਂ ਹੀ ਹੈ। ਇਹ 1908 ਦੇ ਗੇਟ ਦਾ ਰਿਕਾਰਡ ਹੈ। ਅੱਛਾ, 1908 ਦੇ ਗੇਟ ਦਾ। ਹਾਂਜੀ, ਉਹ ਸੁਣਾਓ। ਲਓ ਜੀ, ਆ ਲਓ ਜੀ, ਆਪਾਂ ਤਾਂ ਇਹਦੇ ਕਰੋ ਦੇਖੋ ਜੀ। ਇਸ ਦੇ ਇਸ ਸਾਈਡ ਬਿਲਕੁਲ ਟਰੈਕ ਨਹੀਂ ਹੈਗੇ ਜੀ, ਇਸ ਇੱਕ ਸਾਈਡ ਟਰੈਕ ਹੈ। ਅੱਛਾ, ਸਿਰਫ ਸਿੰਗਲ ਸਾਈਡ ਹੀ ਆਈ ਕਰਦਾ ਸੀ। ਦਰਸ਼ਕੋ ਮੈਂ ਕੈਮਰਾਮੈਨ ਨੂੰ ਕਹਾਂਗਾ ਆਪਣੇ ਨੂੰ ਕਲੋਜ਼ ਕਰਕੇ ਦਿਖਾਓ। ਇਹ ਸਿੰਗਲ ਰਿਕਾਰਡ ਸੀਗਾ ਜਿਹੜੀ ਆਹ ਸਾਈਡ ਹੈ, ਦੂਸਰੀ ਸਾਈਡ ਇਹ ਸਾਈਡ ਆਵਾਜ਼ ਰਿਕਾਰਡ ਸੀ, ਇਧਰੋਂ ਰਿਕਾਰਡ ਚੱਲੇਗਾ। ਜਿਹੜੀ ਆਹ ਸਾਈਡ ਹੈ ਇਹਦੀ ਇਹ ਬਿਲਕੁਲ ਸਾਫ਼ ਹੈ, ਯਾਨੀ ਕਿ ਵਨ ਸਾਈਡਡ ਤਵਾ ਕਿਹਾ ਜਾ ਸਕਦਾ, ਇੱਕ ਸਾਈਡ ਦਾ ਤਵਾ ਇਹਦੇ ਵਿੱਚ ਜਿਹੜਾ ਰਿਕਾਰਡ ਚੱਲਦਾ ਸੀ। ਇਹ ਬਣਿਆ ਹੋਇਆ ਜੀ ਲਾਖ ਦਾ। ਲਾਖ ਯਾਨੀ ਕਿ ਇੱਕ ਤਰ੍ਹਾਂ ਦਾ ਗੂੰਦ। ਤੇ ਇਹ ਚਲਾ ਕੇ ਸਾਨੂੰ ਦਿਖਾਓ ਵੀ ਇਹਦੀ ਆਵਾਜ਼ ਕਿਹੀ ਜੀ ਸੀ। ਮਤਲਬ ਲਾਖ ਇਹਦੇ ਵਿੱਚ ਹੋਰ ਵੀ ਕਈ ਕੈਮੀਕਲ, ਕਈ ਹੋਰ ਵੀ ਮਟੀਰੀਅਲ ਨਾਲ ਪਏ ਹੈ, ਥੋੜਾ ਜਿਹਾ ਹਾਰਡ ਕਰਨੇ ਵਾਲਾ। ਠੀਕ ਹੈ ਜੀ, ਆਹ ਸੁਣੋ। ਹਲੋ ਜੀ, ਦਰਸ਼ਕੋ ਤਕਰੀਬਨ 1900 ਦੇ ਸ਼ੁਰੂਆਤੀ ਦੌਰ ਦਾ ਇਹ ਬੜਾ ਪੁਰਾਤਨ ਰਿਕਾਰਡ ਹੈ, ਪਰ ਹਿੰਦੀ ਆਵਾਜ਼ ਕਹਿੰਦੇ ਹਿੰਦੀ ਦੇ ਵਿੱਚ ਕੋਈ ਇਹਦੇ ਵਿੱਚ ਆਵਾਜ਼ ਰਿਕਾਰਡ ਕੀਤੀ ਹੋਈ ਹੈ। ਇਹ ਤੁਹਾਨੂੰ ਸੁਣਾਵਾਂਗੇ। ਪੁਰਾਣੀ ਮਸ਼ੀਨ ਹੈ, ਇਹਨੂੰ ਕੋਈ ਤਾਰ ਨਹੀਂ ਲਾਈ ਹੋਈ, ਕੋਈ ਇਹਦੇ ਵਿੱਚ ਸੈੱਲ ਨਹੀਂ ਪਾਏ ਹੋਏ, ਕੋਈ ਬਿਜਲੀ ਤੇ ਨਹੀਂ ਚੱਲਦੀ। ਇਹ ਆ ਚਾਬੀ ਭਰ ਰਹੇ ਨੇ, ਚਾਬੀ ਦੇ ਨਾਲ ਹੀ ਇਸ ਮਸ਼ੀਨ ਨੇ ਚੱਲਣਾ। ਇਹ ਪੁਰਾਤਨ ਸਾਡੇ ਵਿਰਸੇ ਦੀਆਂ ਪੈੜਾਂ ਕਹਿ ਸਕਦੇ ਹਾਂ ਇਹਨੂੰ, ਸਾਡੇ ਵਿਰਸੇ ਦਾ ਪੁਰਾਤਨ ਅੰਗ ਹੈ। ਇਹ ਸੂਈ ਲੱਗੀ ਹੋਈ ਹੈ ਜੀ। ਦਰਸ਼ਕੋ ਬੜਾ ਪੁਰਾਣਾ ਰਿਕਾਰਡ ਹੈ। ਆਵਾਜ਼ ਤਾਂ ਭਾਵੇਂ ਸਮਝ ਨਹੀਂ ਆਉਂਦੀ ਕਿਉਂਕਿ ਪੁਰਾਤਨ ਹੋ ਗਿਆ ਬਹੁਤ ਜ਼ਿਆਦਾ। ਉਸ ਸਮੇਂ ਜਿਹੜੀ ਰਿਕਾਰਡਿੰਗ ਸਿਸਟਮ ਸੀ ਉਹ ਹਾਈ-ਫਾਈ ਕੁਆਲਿਟੀ ਦੇ ਨਹੀਂ ਸਨ, ਬਟ ਬੜਾ ਪੁਰਾਣਾ ਤਵਾ ਤੇ ਵਨ ਸਾਈਡਡ ਤਵਾ। ਠੀਕ ਹੈ ਜੀ, ਹਾਂਜੀ। ਇਹ ਦਰਸ਼ਕੋ ਸਾਨੂੰ ਉਹਨਾਂ ਨੇ ਜਿਹੜਾ ਦਿਖਾਇਆ ਹੈ 1900 ਦੇ ਸ਼ੁਰੂਆਤੀ ਦੌਰ ਦਾ ਇਹ ਰਿਕਾਰਡ ਸੀ, ਵਨ ਸਾਈਡਡ ਤਵਾ ਜਿਹੜਾ ਸੀਗਾ। ਬਾਬਾ ਜੀ ਇਹ ਦੱਸੋ ਕਿ ਆਵਾਜ਼ ਸਾਫ਼ ਨਹੀਂ ਆਈ ਉਸ ਟਾਈਮ, ਸ਼ਾਇਦ ਜਿਹੜੇ ਰਿਕਾਰਡਿੰਗ ਸਿਸਟਮ ਹੈ ਵਧੀਆ ਨਹੀਂ ਹੋਣਗੇ, ਜਾਂ ਫਿਰ ਇਦਾਂ ਕਹਿ ਸਕਦੇ ਆ ਵੀ ਤਵਾ ਪੁਰਾਣਾ ਹੋ ਗਿਆ ਤਾਂ ਕਰਕੇ ਆਵਾਜ਼ ਕਲੀਅਰ ਨਹੀਂ? ਨਹੀਂ ਜੀ, ਹਾਂਜੀ, ਜਿਹੜੇ ਸ਼ੁਰੂਆਤ ਦੇ ਵਿੱਚ ਤਵੇ ਬਣੇ ਆ ਨੇ ਤੁਹਾਨੂੰ ਪਿੱਛੇ ਵੀ ਦੱਸ ਕੇ ਹਟਿਆ ਜੀ। ਜਿਹੜੀ ਰਿਕਾਰਡਿੰਗ ਹੁੰਦੀ ਸੀ ਨਾ ਜੀ, ਇਹ ਹੌਰਨ ਦੇ ਅੰਦਰ ਹੁੰਦੀ ਸੀ ਰਿਕਾਰਡਿੰਗ ਜੀ। ਠੀਕ ਹੈ ਜੀ, ਯਾਨੀ ਕਿ ਮਾਈਕ ਰਾਹੀਂ ਰਿਕਾਰਡਿੰਗ ਰਿਕਾਰਡਿੰਗ ਹੁੰਦੀ ਸੀ ਜੀ। ਔਰ ਰਿਕਾਰਡਿੰਗ ਕੋਈ ਮਤਲਬ ਉੱਚਾ ਬੋਲ ਬੰਦਾ ਕਿ ਘੱਟ ਬੋਲ ਬੰਦਾ ਸੀਗਾ ਜੀ। ਉਸ ਕਰਕੇ ਬੰਦੇ ਜਿੱਦਾਂ ਦੀ ਇਹਦੇ ਵਿੱਚ ਉਦਾਂ ਦਾ ਇਹਦੇ ਵਿੱਚ ਰਿਕਾਰਡਿੰਗ ਹੁੰਦੀ ਸੀ ਜੀ। ਮਤਲਬ ਜਿਹੜੇ ਮੋਮ ਵਾਲੇ ਰਿਕਾਰਡ ਹੁੰਦੇ ਸੀਗੇ ਨਾ, ਹਾਂਜੀ, ਉਹਨਾਂ ਨਾਲੋਂ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਸੁਧਾਰ ਆ ਗਿਆ ਸੀਗਾ। ਅੱਛਾ ਜੀ, ਇੱਕ ਤੋਂ ਅੱਗੇ ਹੁਣ ਆਪਾਂ ਚੱਲੀਏ ਥੋੜਾ ਜਿਹਾ। ਇਸ ਤੋਂ ਬਾਅਦ ਦਾ ਤੁਹਾਡੇ ਕੋਲ ਕੋਈ ਹੋਰ ਜਿਹੜਾ ਤਵਾ ਪਿਆ ਇਹ ਤੋਂ ਨਵਾਂ? ਇਹ ਤਾਂ 1900 ਦੀ ਸ਼ੁਰੂਆਤੀ ਦੌਰ ਦੀ ਗੱਲ ਕੀਤੀ ਹੈ। ਇਹ ਤੋਂ ਅਗਲਾ ਕਿਹੜਾ ਤੁਹਾਡੇ ਕੋਲ ਪਿਆ ਉਹ ਸੁਣਾਓ, ਕੀ ਚੀਜ਼ ਹੈ? ਇਹ ਮੇਰੇ ਕੋਲ ਇੱਕ ਬਹੁਤ ਹੀ ਪੁਰਾਣਾ ਹੈ ਜੀ। ਜੀ, ਇਹ ਹੈਗੇ ਆ ਜੀ ਆਪਣੇ
ਲਾਵਾਂ ਹੁੰਦੀਆਂ ਸੀ ਆਪਣੇ ਵਿਆਹ ਹੁੰਦੇ ਸੀ ਹਾਂਜੀ ਹਾਂਜੀ, ਲਾਵਾਂ ਦਾ ਪਾਠ। ਇਹ ਲਾਵਾਂ ਦਾ ਪਾਠ ਇਹ ਸਿੰਗਲ, ਪਹਿਲਾਂ ਤੁਹਾਨੂੰ ਸਿੰਗਲ ਲਾ ਕੇ ਦਿਖਾਇਆ ਜੀ। ਇਹ ਡਬਲ ਪਾਸੇ ਹੈ ਜੀ। ਅੱਛਾ, ਇਹ ਕਿਹੜੇ ਸੰਨ ਦਾ ਹੋਊਗਾ ਜੀ ਤਕਰੀਬਨ? ਇਹ ਤਕਰੀਬਨ ਹੋਏਗਾ ਜੀ 1908 ਦੇ ਗੇਟ ਤੇ 8 ਦੇ ਕਰੀਬ। ਹਾਂ, ਲਗਭਗ ਮਤਲਬ ਆਪਾਂ ਮੰਨ ਸਕਦੇ ਨੇੜੇ ਤੇੜੇ। ਹਾਂਜੀ। ਪਿਆਰੇ ਦਰਸ਼ਕੋ, ਦੱਸਣਾ ਚਾਹੁੰਦੇ ਆ ਕਿ ਪਹਿਲਾਂ ਸੀ ਜਿਹੜਾ ਉਹ ਸਿੰਗਲ ਰਿਕਾਰਡ ਸੀ, ਤੇ ਹੁਣ ਜਿਹੜਾ ਤਵੇ ਦੀ ਗੱਲ ਕਰਦੇ ਆ, ਇਹ ਭਾਈ ਸਾਹਿਬ ਕਹਿ ਰਹੇ ਕਿ 1908 ਦੇ ਨੇੜੇ ਤੇੜੇ ਦਾ ਹੋਊਗਾ ਇਹ, ਤੇ ਇਹ ਡਬਲ ਰਿਕਾਰਡ ਹੈ। ਇਹਦੀ ਇੱਧਰ ਵੀ ਰਿਕਾਰਡਿੰਗ ਕੀਤੀ ਹੋਈ ਹੈ ਤੇ ਇਹਦੀ ਇਹ ਸਾਈਡ ਵੀ ਰਿਕਾਰਡਿੰਗ ਕੀਤੀ ਹੋਈ ਹੈ। ਤੇ ਇਹਦੇ ਵਿੱਚ ਇੱਕ ਪਾਸੇ ਅਰਦਾਸ ਹੈ ਪੁਰਾਣੀ, ਸਾਡੀ ਧਾਰਮਿਕ ਸਿੱਖ ਮਰਿਆਦਾ ਅਨੁਸਾਰ ਜਿਹੜੀ ਅਰਦਾਸ ਹੁੰਦੀ ਸੀ ਉਹ, ਤੇ ਇੱਕ ਸਾਈਡ ਇਹਦੇ ਵਿੱਚ ਹਰ ਪਹਿਲੜੀ ਲਾਮ, ਇਹ ਤੇ ਜੋ ਲਿਖਿਆ ਹੋਇਆ ਲਾਵਾਂ ਦਾ ਪਾਠ ਹੈ। ਸੋ ਬਾਬਾ ਜੀ ਸਾਨੂੰ ਇਹ ਚੋਂ ਸੁਣਾਓ ਕੁਛ। ਠੀਕ ਹੈ ਜੀ। ਅੱਛਾ, ਇੱਕ ਤੁਹਾਨੂੰ ਹੋਰ ਗੱਲ, ਇਹ ਇਸ ਤੇ ਜਿਹੜੀ ਸੂਈ ਚੱਲਦੀ ਹੈ ਨਾ ਜੀ, ਜੀ ਜੀ, ਇੱਕ ਰਿਕਾਰਡ ਵਾਸਤੇ ਇੱਕ ਹੀ ਸੂਈ ਚੱਲਦੀ ਹੈ ਜੀ। ਅੱਛਾ, ਹਾਂਜੀ। ਇਹ ਇੱਕ ਖਾਸੀਅਤ ਦੱਸੀਆਂ ਨੇ ਕਿ ਜਿਹੜੀ ਸੂਈ ਹੈ, ਨੀਡਲ ਜਿਹੜੀ ਇਹਨੂੰ ਟੱਚ ਕਰਦੀ ਹੈ ਰਿਕਾਰਡ ਨੂੰ, ਤੇ ਉਹਦੇ ਟੱਚ ਹੋਣ ਨਾਲ ਆਵਾਜ਼ ਪੈਦਾ ਹੁੰਦੀ ਹੈ। ਉਹ ਕਹਿੰਦੇ ਵੀ ਇੱਕ ਰਿਕਾਰਡ ਦੇ ਨਾਲ ਇੱਕੋ ਸੂਈ, ਆਹ ਛੋਟੀ ਜਿਹੀ ਸੂਈ ਹੈ ਜੀ, ਇਹ ਸੂਈ ਹੈ ਜੀ ਨੀਡਲ ਛੋਟੀ ਜੀ, ਇਹ ਕਹਿੰਦੇ ਵੀ ਇੱਕ ਰਿਕਾਰਡ ਦੇ ਨਾਲ ਇੱਕ ਸੂਈ ਲੱਗੂਗੀ ਤੇ ਉਹ ਦੂਜੇ ਰਿਕਾਰਡ ਨੂੰ ਨਹੀਂ ਚੱਲੂਗੀ। ਠੀਕ ਹੈ ਜੀ, ਦਿਖਾਓ ਜਰਾ। ਮਤਲਬ ਜਿੱਦਾਂ ਇਹਦਾ ਮੂੰਹ ਅੱਗੇ ਹੋ ਜਾਂਦਾ ਨਹੀਂ, ਕੱਸ ਜਾਂਦਾ ਜੀ, ਫਿਰ ਆਵਾਜ਼ ਮਤਲਬ ਪ੍ਰੋਪਰ ਨਹੀਂ ਆਈ। ਓਕੇ, ਇਹਦੀ ਜਿਹੜੀ ਅੱਗੋਂ ਤਿੱਖਾਪਣ ਘਟ ਗਿਆ ਤੇ ਫਿਰ ਆਵਾਜ਼ ਸਹੀ ਨਹੀਂ ਹੋਊਗੀ। ਹਾਂਜੀ। ਇਹ ਫਰਨਰ ਆ ਜਾਂਦਾ ਲੱਗਿਆ ਹੋਇਆ ਤੇ ਮਸ਼ੀਨ ਦੇ ਜੀ, ਜਿੱਦਾਂ ਆਪਣੇ ਘੜੀਆਂ ਚੱਲਦੇ ਸੀ ਨਾ ਚਾਬੀਆਂ ਪਹਿਲਾਂ। ਹਾਂਜੀ, ਉੱਦਾਂ ਹੀ ਫਰਨਰ ਹੁੰਦਾ ਹੈ। ਅੱਛਾ, ਜਿੱਦਾਂ ਆਪਾਂ ਇਹਨੂੰ ਚਾਬੀ ਦੇਈ ਜਾਂਦੇ ਆ ਜੀ। ਤੇ ਇੱਕ ਵਾਰ ਤੁਸੀਂ ਚਾਬੀ ਭਰ ਕੇ ਕਿੰਨੇ ਰਿਕਾਰਡ ਚੱਲ ਸਕਦੇ ਆ ਇਹਦੇ ਤੇ ਤਕਰੀਬਨ ਇੱਕ ਰਿਕਾਰਡ ਦੋਨੋਂ ਸਾਈਡ ਚੱਲ ਜਾਂਦਾ ਜੀ। ਅੱਛਾ, ਯਾਨੀ ਕਿ 2 ਗੀਤ ਇੱਕ ਵਾਰ ਚਾਬੀ ਭਰਨ ਦੇ ਨਾਲ ਮਸ਼ੀਨ ਚਲਾ ਦਿੰਦੀ ਹੈ। ਹਾਂਜੀ। ਆਓ ਜੀ ਸੁਣਦੇ ਹਾਂ ਜੀ ਰਿਕਾਰਡ 1908 ਦਾ ਪੁਰਾਣਾ। ਜੀ, ਲਾਵਾਂ ਦਾ ਪਾਠ ਜਿਹੜਾ ਵਿਆਹ ਮੌਕੇ ਹੁੰਦਾ ਉਹਦੀ ਆਵਾਜ਼ ਹੈ, ਬੜੀ ਮਿੱਠੀ ਆਵਾਜ਼ ਹੈ। ਹਾਂਜੀ, ਇਹ ਜਿਹੜੀ 2 ਪਾਸੇ ਵਾਲੇ ਤਵੇ ਚੋਂ ਆਪਾਂ ਆਪਣੇ ਲਾਵਾਂ ਦਾ ਪਾਠ ਸੀ ਜਿਹੜਾ ਭਾਈ ਉੱਤਮ ਸਿੰਘ ਹਕੀਮ, ਉਹਨਾਂ ਦੀ ਆਵਾਜ਼ ਦੇ ਵਿੱਚ ਤਕਰੀਬਨ 1908 ਦਾ ਸੀਗਾ ਜਿਹੜਾ ਤੁਸੀਂ ਹੁਣ ਸੁਣਿਆ। ਸੋ ਪਹਿਲੀ ਗੱਲ ਤਾਂ ਮੈਂ ਭਾਈ ਸਾਹਿਬ ਨੂੰ ਵਾਰ-ਵਾਰ ਮੇਰਾ ਜੀ ਕਰਦਾ ਵੀ ਇਹਨਾਂ ਨੂੰ ਸੈਲੂਟ ਕਰਾਂ, ਕਿਉਂਕਿ ਸਾਡੇ ਵਿਰਸੇ ਦੀਆਂ ਪੈੜਾਂ ਨੇ ਜਿਹੜੀਆਂ ਸਾਡੀਆਂ ਜਿਹੜੀਆਂ ਪੁਰਾਤਨ ਨਿਸ਼ਾਨੀਆਂ ਨੇ, ਕਿਤੇ ਨਾ ਕਿਤੇ ਉਹ ਸਾਡਾ ਸਾਰਾ ਜਿਹੜਾ ਇੱਕ ਅਮੋਲਕ ਖਜ਼ਾਨਾ ਹੈ ਉਹ ਅਲੋਪ ਹੁੰਦਾ ਜਾ ਰਿਹਾ ਹੈ। ਸਾਡੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ, ਜਿਵੇਂ ਭਾਈ ਸਾਹਿਬ ਨੇ ਦੱਸਿਆ, ਪਹਿਲਾਂ ਮੋਮ ਦੇ ਰਿਕਾਰਡ ਹੁੰਦੇ ਸੀ ਤੇ ਮੋਮ ਤੋਂ ਬਾਅਦ ਇੱਕ ਲਾਖ ਜਿਹੜਾ ਇੱਕ ਗੂੰਦ ਵਰਗਾ ਕੋਈ ਮਟੀਰੀਅਲ ਸੀ, ਉਤੋਂ ਰਿਕਾਰਡਸ ਬਣੇ ਤੇ ਰਿਕਾਰਡ ਕਰਨ ਦਾ ਸਿਸਟਮ ਜਿਹੜਾ ਉਹ ਮਾਈਕ ਨਹੀਂ ਸੀ। ਅੱਜ ਕੱਲ੍ਹ ਜੋ ਰਿਕਾਰਡਿੰਗ ਹੁੰਦੀ ਹੈ ਮਾਈਕ ਦੇ ਵਿੱਚੋਂ ਦੀ ਆਪਾਂ ਬੋਲਦੇ ਹਾਂ ਤੇ ਸੌਫਟਵੇਅਰ 'ਚ ਰਿਕਾਰਡ ਹੋ ਜਾਂਦਾ ਹੈ। ਉਹ ਕਹਿੰਦੇ ਜਿਵੇਂ ਆਹ ਮਸ਼ੀਨ ਦਾ ਬਣਿਆ ਹੋਇਆ ਵੀ ਇਹਦੇ ਵਿੱਚੋਂ ਦੀ ਬੰਦਾ ਬੋਲਦਾ ਹੁੰਦਾ ਸੀ, ਹੁਣ ਤਾਂ ਦੇਖੋ ਇੱਥੋਂ ਆਉਟਪੁੱਟ ਹੈ, ਮਸ਼ੀਨ ਚੱਲਦੀ ਹੈ ਤੇ ਆਵਾਜ਼ ਬਾਹਰ ਹੁੰਦੀ ਹੈ। ਭਾਈ ਸਾਹਿਬ ਨੇ ਦੱਸਿਆ ਕਿ ਇੱਥੋਂ ਬੋਲਦੇ ਹੁੰਦੇ ਸੀ ਤੇ ਥੱਲੇ ਜਿਹੜਾ ਸਾਊਂਡ ਬਾਕਸ ਲੱਗਿਆ ਹੁੰਦਾ ਸੀ ਉਹਦੇ ਵਿੱਚ ਆਵਾਜ਼ ਸਟੋਰ ਹੁੰਦੀ ਸੀ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਨੂੰ ਸਾਡੇ ਵਿਰਸੇ ਦੀਆਂ ਨਿਸ਼ਾਨੀਆਂ, ਸਾਡੇ ਵਿਰਸੇ ਦੀਆਂ ਪੈੜਾਂ ਦੇ ਦਰਸ਼ਨ ਇਹਨਾਂ ਨੇ ਕਰਾਏ ਨੇ। ਸੋ ਭਾਈ ਸਾਹਿਬ, ਇਹ ਤਾਂ ਗੱਲ ਹੋ ਗਈ ਇੱਕ। ਤੇ ਹੁਣ ਅੱਗੇ ਇਸ ਤੋਂ ਬਾਅਦ ਜੇ ਆਪਾਂ ਅਗਲੇ ਦੌਰ 'ਚ ਚੱਲੀਏ, ਪਹਿਲਾ ਦੌਰ ਤੁਹਾਡੇ ਮੋਮ ਦੇ ਰਿਕਾਰਡ ਦਾ ਹੋ ਗਿਆ, ਉਸ ਤੋਂ ਬਾਅਦ ਆਪਾਂ ਸਿੰਗਲ ਟਰੈਕ ਰਿਕਾਰਡ ਵੀ ਵੇਖੇ ਤੁਹਾਡਾ, ਤੇ ਉਸ ਤੋਂ ਬਾਅਦ ਇਹ ਡਬਲ ਦੋਵੇਂ ਪਾਸੇ ਵਾਲਾ ਤਵਾ ਆ ਗਿਆ। ਹੁਣ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ, ਕੋਈ ਕੱਲ 1908 ਦੀ ਗੱਲ ਆ, 1908 ਤੋਂ ਅੱਗੇ ਚੱਲੀਏ ਨਵੇਂ ਵਾਲੇ ਪਾਸੇ ਨੂੰ, ਉਹਦੇ ਬਾਰੇ ਕੋਈ ਤੁਹਾਡੇ ਕੋਲ ਕਿਹੜਾ ਰਿਕਾਰਡ ਹੈ? ਦੇਖੋ, ਜਿੱਦਾਂ ਰਿਕਾਰਡਾਂ ਦੇ ਵਿੱਚ ਸੁਧਾਰ ਆਉਂਦਾ ਗਿਆ ਜੀ ਅੱਗੇ, ਹਾਂਜੀ, ਉਦਾਂ ਮਸ਼ੀਨ ਜਿਹੜੀ ਇਹਨਾਂ ਨੂੰ ਮਸ਼ੀਨਾਂ ਸੀ, ਮਸ਼ੀਨਾਂ ਦੇ ਵਿੱਚ ਵੀ ਸੁਧਾਰ ਆਇਆ। ਅੱਛਾ, ਪਹਿਲਾਂ ਜਿਹੜੀ ਸਭ ਤੋਂ ਫਸਟ ਮਸ਼ੀਨ ਹੁੰਦੀ ਸੀ ਨਾ ਜੀ, ਉਹ ਇੱਥੇ ਇਹ ਮੇਰੇ ਕੋਲ ਰਿਕਾਰਡ ਪਿਆ ਹੈ ਜੀ, ਇਹ ਫਸਟ ਮਸ਼ੀਨ ਹੈ ਜੀ ਇਹਨਾਂ ਦੀ। ਅੱਛਾ, ਅੱਜ ਵੀ ਜੇ ਆਡੀਓ ਕੈਸਟ ਵੀ HMV ਦੀ ਆਂਦੀ ਸੀ ਨਾ ਤੇ 20-25 ਸਾਲ ਦਰਸ਼ਕੋ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਨੇੜੇ ਕਰਕੇ ਦਿਖਾਉਣ। ਇਹ ਜਿਹੜਾ ਲੋਗੋ ਬਣਿਆ ਹੋਇਆ ਨਾ, ਲੋਗੋ ਦੇ ਨਾਲ ਕੁੱਤੇ ਦੀ ਫੋਟੋ ਹੈ,
ਤੇ ਨਾਲ ਜਿਹੜੀ ਮਸ਼ੀਨ ਹੈ ਇਹ ਕਹਿੰਦੇ ਪਹਿਲਾਂ ਮਸ਼ੀਨ ਇਸ ਤਰ੍ਹਾਂ ਦੀ ਬਣੀ ਸੀ, ਸਭ ਤੋਂ ਪਹਿਲੀ ਮਸ਼ੀਨ ਹੈ ਜਿਹੜੀ ਆ ਜਿਹੜਾ ਕੁੱਤੇ ਦੀ ਆਵਾਜ਼, ਜਿਵੇਂ ਕੁੱਤਾ ਉਹਦੇ ਵਿੱਚੋਂ ਦੀ ਬੋਲ ਰਿਹਾ ਇਸ ਤਰ੍ਹਾਂ ਹੀ ਕਰਕੇ ਕਹਿੰਦੇ ਰਿਕਾਰਡਿੰਗ ਹੁੰਦੀ ਸੀ। ਤੇ ਆਹ ਸੀ ਹਿਸ ਮਾਸਟਰ ਵਾਇਸ। ਤੇ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ ਇਹ ਮਸ਼ੀਨ ਇਹ ਕਹਿ ਸਕਦੇ ਆ ਵੀ ਇਹਦਾ ਥੋੜਾ ਜਿਹਾ ਹੋਰ ਪੁਰਾਣਾ ਰੂਪ ਹੋਊਗਾ, ਇਹ ਉਹ ਤੋਂ ਥੋੜੀ ਨਵੀਂ ਬਣ ਗਈ ਹੋਈ ਹੈ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਇਹ ਆਈ ਹੈ, ਉਸ ਤੋਂ ਬਾਅਦ ਯਾਨੀ ਇਹਨਾਂ ਮਸ਼ੀਨਾਂ ਤੋਂ ਜਿਹੜੀ ਆਹ ਮਸ਼ੀਨ ਪਈ ਹੈ ਜਿੱਤੇ ਆ ਤੁਹਾਨੂੰ ਰਿਕਾਰਡ ਚਲਾ ਕੇ ਦਿਖਾਏ ਆ, ਇਹ ਉਹਨਾਂ ਤੋਂ ਨਵੀਂ ਹੈ, ਇਹ ਉਹਦਾ ਨਵਾਂ ਰੂਪ ਹੈ। ਤਾਂ ਬਾਬਾ ਜੀ ਰਿਕਾਰਡ ਹੋਰ ਕਿਹੜਾ ਤੁਹਾਡੇ ਕੋਲ ਜਿਹੜਾ ਉਸ ਟਾਈਮ ਦਾ ਕੋਈ ਪੁਰਾਣਾ ਪਿਆ ਹੋਊਗਾ ਉਹ ਸਾਨੂੰ ਦੱਸੋ। ਥੋੜੀ ਮੈਂ ਮਸ਼ੀਨ ਦੀ ਗੱਲ ਸਾਂਝੀ ਕਰ ਦਵਾਂ ਤੁਹਾਡੇ ਨਾਲ ਜੀ। ਹਾਂਜੀ ਦੱਸੋ। ਇਹ ਜਿਹੜੀ ਮਸ਼ੀਨ ਹੁੰਦੀ ਹੈ ਜਿਹਦਾ ਆਪਣੇ ਡਰਾਇੰਗ ਰੂਮ ਹੁੰਦੇ ਸੀਗੇ ਨਾ, ਆਪਾਂ ਡਰਾਇੰਗ ਰੂਮ ਦੀ ਅੱਜ ਸਜਾਵਟ ਕਰਦੇ ਹਾਂ ਜੀ। ਮਸ਼ੀਨ ਮਤਲਬ ਇੰਨੇ ਅੱਛੇ ਮਾਡਲ ਆਉਂਦੇ ਸੀਗੇ ਜੀ ਜੀ। ਡਰਾਇੰਗ ਰੂਮ ਦੇ ਵਿੱਚ ਰੱਖਣੇ ਵਾਸਤੇ, ਮਤਲਬ ਇਹਨੂੰ ਆਪਣਾ ਘਰ ਦਾ ਇੱਕ ਸ਼ਿੰਗਾਰ ਸਮਝਿਆ ਜਾਂਦਾ ਸੀਗਾ ਜੀ। ਠੀਕ ਹੈ ਜੀ ਜੀ। ਉਦੋਂ ਹੀ ਪਹਿਲਾਂ ਉਹ ਦੇਖੋ ਜੋ ਤੁਹਾਨੂੰ ਮਸ਼ੀਨ ਮੈਂ ਪਹਿਲਾਂ ਦੱਸੇ ਦਿੱਤਾ ਵੀ ਆਪਣੇ ਇੱਥੇ ਘੱਟ ਆਈ ਹੈ ਜੀ। ਇਹ ਹੌਰਨ ਵਾਲੀ ਮਸ਼ੀਨਾਂ ਇੱਥੇ ਸਟਾਰਟਿੰਗ ਚ ਆਈਆਂ ਜੀ। ਇਹ ਆਈਆਂ ਬਿਲਕੁਲ। ਠੀਕ ਹੈ ਜੀ। ਗੋਲ ਆਪਣੇ ਪਹਿਲਾਂ ਸਿੰਗਲ ਰਿਕਾਰਡ ਇਹ ਜਿਹੜੀਆਂ ਮਸ਼ੀਨਾਂ ਸੀ ਇਹ ਆਪਣੇ ਹਿੰਦੁਸਤਾਨ ਚ ਬਣਦੀਆਂ ਸੀ ਜਾਂ ਬਾਹਰੋਂ ਹੀ ਬਣ ਕੇ ਆਉਂਦੀਆਂ ਸੀ? ਪਹਿਲਾਂ ਤਾਂ ਬਾਹਰ ਤੋਂ ਹੀ ਬਣ ਕੇ ਆਈਆਂ ਜੀ। ਜਿਹੜੀ ਤੁਹਾਡੇ ਕੋਲ ਮਸ਼ੀਨ ਪਈ ਹੈ ਬੜੀ ਪੁਰਾਣੀ ਲੱਗ ਰਹੀ ਹੈ ਸਾਨੂੰ ਵੀ। ਹਾਂਜੀ। ਇਹ ਕਿੱਥੋਂ ਦੀ ਬਣੀ ਹੋਊਗੀ? ਇਹ ਹੈਗੀ ਸਵਿਟਜ਼ਰਲੈਂਡ ਦੀ। ਅੱਛਾ ਦਰਸ਼ਕੋ, ਇਹ ਜਿਹੜੀ ਮਸ਼ੀਨ ਪਈ ਹੈ ਇਹ ਸਵਿਟਜ਼ਰਲੈਂਡ ਦੀ ਬਣੀ ਹੋਈ ਹੈ ਤੇ ਤਕਰੀਬਨ ਨੀਅਰ ਅਬਾਊਟ ਫਿਰ ਵੀ 100 ਸਾਲ ਪੁਰਾਣੀ ਹੋਊਗੀ ਵੀ ਤੁਹਾਡੀ ਮਸ਼ੀਨ? 1920 ਦੀ ਲਗਭਗ ਰੱਖ ਲਓ। 1920 ਦੀ ਬਣੀ ਹੋਈ ਮਸ਼ੀਨ ਹੈ, 1920 ਮਾਡਲ, ਯਾਨੀ ਕਿ ਇੱਕ ਸਦੀ ਪੁਰਾਣੀ ਇਹ ਮਸ਼ੀਨ ਹੈ ਜਿਹੜੀ ਇਹਨਾਂ ਨੇ ਅੱਜ ਤੱਕ ਸਾਂਭ ਕੇ ਰੱਖੀ ਹੋਈ ਹੈ। ਬਹੁਤ ਵਧੀਆ ਕਲੈਕਸ਼ਨ ਹੈ ਜੀ। ਤੇ ਬਾਬਾ ਜੀ ਹੁਣ ਅੱਗੇ ਆਪਾਂ ਗੱਲ ਕਰੀਏ, ਤੁਸੀਂ ਮਸ਼ੀਨ ਬਾਰੇ ਕੁਝ ਦੱਸਣਾ ਚਾਹੁੰਦੇ ਸੀ, ਉਹ ਦੱਸੋ। ਮਸ਼ੀਨ ਬਾਰੇ ਜਿੱਦਾਂ ਇਹ ਮਸ਼ੀਨਾਂ ਆਈਆਂ ਜੀ ਫਿਰ ਆਸਤੇ ਜਿੱਦਾਂ ਅੱਗੇ ਚੱਲਦਾ ਰਿਹਾ ਜੀ, ਮਸ਼ੀਨਾਂ ਦੇ ਵਿੱਚ ਵੀ ਚੇਂਜ ਹੁੰਦੀ ਰਹੀ, ਅਮੈਂਡਮੈਂਟ ਹੁੰਦੀ ਰਹੀ ਸਮੇਂ ਅਨੁਸਾਰ ਜੀ। ਮਸ਼ੀਨਾਂ ਖੜੀਆਂ ਬਣ ਗਈਆਂ ਜੀ। ਉਹਦੇ ਨੀਚੇ ਰਿਕਾਰਡ ਰੱਖ ਦਿੰਦੇ ਸੀਗੇ ਜੀ, ਨੀਚੇ ਨੂੰ ਉਹਦੀ ਆਵਾਜ਼ ਆਉਂਦੀ ਸੀਗੀ ਜੀ। ਮਤਲਬ ਇੱਕ ਸਾਈਡ ਉਹਦਾ ਜਿੱਦਾਂ ਆਪਣਾ ਵੱਡਾ ਟੇਬਲ ਹੁੰਦਾ ਨਾ ਖੜਾ, ਇਦਾਂ ਹੁੰਦੀ ਸੀਗੀ ਮਸ਼ੀਨਾਂ। ਅੱਛਾ। ਉਹ ਇੱਥੇ ਮੈਂ ਚੰਡੀਗੜ੍ਹ ਇੱਥੇ ਕੰਮ ਵੀ ਕਰਦਾ ਸੀਗਾ, ਮੈਂ ਇੱਥੇ ਤਕਰੀਬਨ ਮੈਂ ਮਸ਼ੀਨਾਂ ਦੇਖੀਆਂ ਹੀ, ਹਰੇਕ ਦੇ ਘਰ ਵਿੱਚ ਦੇਖੀਆਂ ਹੀ ਆ ਮਸ਼ੀਨਾਂ। ਠੀਕ ਹੈ ਜੀ। ਤੇ ਹੁਣ ਬਾਬਾ ਜੀ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਕਿਉਂਕਿ ਦਰਸ਼ਕ ਵੀ ਸਾਡੇ ਬੜੇ ਉਤਸੁਕ ਹੋਣਗੇ ਕਿ ਹੋਰ ਕਿਹੜੀਆਂ ਵਧੀਆ ਚੀਜ਼ਾਂ ਪਈਆਂ ਜਿਹੜੀਆਂ ਉਹਨਾਂ ਨੇ ਕਦੇ ਦੇਖੀਆਂ ਸੁਣੀਆਂ ਨਹੀਂ ਹੋਣਗੀਆਂ, ਤਾਂ ਆਪਾਂ ਕੁਝ ਇਹੋ ਜਿਹੀਆਂ ਉਹ ਵੀ ਚੀਜ਼ਾਂ ਆਪਣੇ ਦਰਸ਼ਕਾਂ ਨੂੰ ਦਿਖਾਉਣੀਆਂ ਨੇ। ਤੇ ਹੁਣ ਉਸ ਤੋਂ ਅੱਗੇ ਅਗਲੀ ਗੱਲ ਆਪਾਂ ਕਰੀਏ ਵੀ ਉਸ ਤੋਂ ਬਾਅਦ ਤੁਹਾਡੇ ਕੋਲ ਹੋਰ ਕਿਹੜਾ ਰਿਕਾਰਡ ਹੈ ਪੁਰਾਣਾ ਜਿਹੜਾ ਤੁਸੀਂ ਸਾਨੂੰ ਸੁਣਾ ਰਹੇ ਹੋ? ਮੇਰੇ ਕੋਲ ਅੱਜ ਤੁਹਾਨੂੰ ਮੈਂ ਬੁੱਧ ਸਿੰਘ ਤਾਨ ਹੋਏ ਜੀ। ਇਹ ਰਾਗੀ ਹੋਏ ਆ ਜੀ ਦਰਬਾਰ ਸਾਹਿਬ ਦੇ, ਇਹਨਾਂ ਦੀ ਰਾਸਾ ਦੀ ਵਾਰ ਵੀ ਆਈ ਹੈ ਜੀ। ਇਹਨਾਂ ਨੇ ਆਪਣੇ ਡਿਊਟ ਵੀ ਗਾਏ ਹੈ ਜੀ। ਅੱਛਾ, ਰਾਗੀ ਸੀਗੇ, ਆਸਾ ਦੀ ਵਾਰ ਦਾ ਕੀਰਤਨ ਵੀ ਕਰਦੇ ਸੀ ਤੇ ਉਦਾਂ ਵੀ ਮਤਲਬ ਕਿ ਪ੍ਰੋਫੈਸ਼ਨਲੀ ਸਿੰਗਰ ਵੀ ਸੀਗੇ। ਅੱਛਾ, ਉਹਨਾਂ ਦੀ ਆਸਾ ਦੀ ਵਾਰ ਵੀ ਹੈ ਤੇ ਉਹਨਾਂ ਦਾ ਦੂਜੇ ਆਪਣਾ ਗੀਤ ਵੀ ਹੈ ਕਲਚਰਲ ਪ੍ਰੋਗਰਾਮ ਵਿੱਚ ਗਾਉਂਦੇ ਹੁੰਦੇ ਸੀ। ਜੋੜੀ ਦੇ ਵਿੱਚ ਗੀਤ ਹੈ ਇਹਨਾਂ ਦੇ। ਅੱਛਾ, ਜੋੜੀ ਤੇ। ਚਲੋ ਉਹ ਸੁਣਾਓ ਸਾਨੂੰ ਬੁੱਧ ਸਿੰਘ ਤਾਨ ਦਾ ਜਿਹੜਾ ਉਹਨਾਂ ਨੇ ਗਾਇਆ ਹੋਇਆ। ਲਓ ਜੀ, ਇਹ ਤਾਂ ਹੈ ਜੀ ਉਹਨਾਂ ਦੀ ਆਸਾ ਦੀ ਵਾਰ ਯੰਗ ਇੰਡੀਆ ਦੇ ਵਿੱਚ। ਅੱਛਾ, ਰਿਕਾਰਡ ਦੇ ਯੰਗ ਇੰਡੀਆ 'ਚ ਬਣਿਆ ਹੋਇਆ ਜੀ। ਅੱਛਾ ਜੀ। ਆਸਾ ਦੀ ਵਾਰ ਬਹੁਤ ਪ੍ਰਾਤਨ। ਹਾਂਜੀ, ਇਹ ਜਰਾ ਜ਼ੂਮ ਕਰਕੇ ਦਿਖਾਓ ਜੀ। ਯੰਗ ਇੰਡੀਆ ਰਿਕਾਰਡ ਆਸਾ ਦੀ ਵਾਰ ਬੁੱਧ ਸਿੰਘ ਤਾਨ। ਆ ਦੇਖੋ ਜੀ, ਆਸਾ ਦੀ ਵਾਰ ਬੁੱਧ ਸਿੰਘ ਤਾਨ, ਗੁਰਮੁਖੀ ਵੀ ਲਿਖਿਆ ਇਹਦੇ ਵਿੱਚ ਉਹਨਾਂ ਨੇ, ਯੰਗ ਇੰਡੀਆ ਕੰਪਨੀ ਨੇ ਇਹਨੂੰ ਰਿਕਾਰਡ ਕੀਤਾ ਸੀ। ਠੀਕ ਹੈ, ਇਹ ਦੇਖੋ ਦੋਸਤੋ ਬੁੱਧ ਸਿੰਘ ਤਾਨ ਉਹਨਾਂ ਦਾ। ਇੱਕ ਸਰ ਮੈਂ ਹੋਰ ਵੀ ਥੋੜੀ ਜਿਹੀ ਸਾਂਝੀ ਕਰਨੀ ਤੁਹਾਡੀ ਨਾਲ ਜੀ। ਇਹ ਤਾਂ ਚਾਬੀ ਨਾਲ ਚੱਲਦੀ ਹੈ ਜੀ। ਇਹ ਇਲੈਕਟ੍ਰੋਨਿਕ ਦੀ ਸਟਾਰਟਿੰਗ ਮਸ਼ੀਨ ਹੈ, ਇਹਦੇ ਵਿੱਚ ਟ੍ਰਾਂਜ਼ਿਸਟਰ ਨਹੀਂ ਹੁੰਦੇ, ਟਿਊਬ ਨਾਲ ਗਰਮ ਹੋ ਕੇ ਮਸ਼ੀਨ ਚੱਲਦੀ ਹੈ ਜੀ। ਟਿਊਬਾਂ ਹੁੰਦੀਆਂ ਜੀ ਇਹਦੇ ਵਿੱਚ, ਟਿਊਬਾਂ। ਅੱਛਾ, ਇਹ ਕਿੰਨੀ ਪੁਰਾਣੀ ਹੋਊਗੀ? ਇਹ ਹੋਏਗੀ ਜੀ 1970-65 ਦੀ ਮਸ਼ੀਨ ਹੈ। ਅੱਛਾ, ਮੇਡ ਇਨ ਹਾਲੈਂਡ ਜੀ। ਮੇਡ ਇਨ ਹਾਲੈਂਡ। ਆਹ ਦਰਸ਼ਕੋ ਜਿਹੜੀ ਮਸ਼ੀਨ ਹੈ ਇਸ ਦਾ ਨਵਾਂ ਰੂਪ, ਯਾਨੀ ਕਿ ਪਹਿਲਾਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਚੱਲਦੀਆਂ ਸੀ ਜਿਹਨਾਂ ਨੂੰ ਚਾਬੀ ਭਰੀ ਜਾਂਦੀ ਸੀ, ਚਾਬੀ ਦੇ ਸਹਾਰੇ ਉਹ ਚੱਲਦੀਆਂ ਸੀ। ਤੇ ਉਸ ਤੋਂ ਬਾਅਦ ਇਹਦਾ ਨਵਾਂ ਰੂਪ ਇਹ ਇਲੈਕਟ੍ਰੋਨਿਕ ਮਸ਼ੀਨ ਹੈ। ਇਲੈਕਟ੍ਰੋਨਿਕ ਮਸ਼ੀਨ ਆ ਗਈ ਤੇ ਇਹ ਇਹਨਾਂ ਦੀ ਜਿਹੜੀ ਹੈਗੀ ਹੈ ਫਿਲਿਪਸ ਕੰਪਨੀ ਦੀ ਬਣੀ ਹੋਈ ਮਸ਼ੀਨ ਹੈ ਤੇ ਇਹ ਮੇਡ ਇਨ ਹਾਲੈਂਡ ਯਾਨੀ ਕਿ ਹਾਲੈਂਡ ਦੀ ਬਣੀ ਹੋਈ ਮਸ਼ੀਨ ਹੈ ਇਹ। ਚਲੋ ਹੁਣ ਆਪਾਂ ਦਰਸ਼ਕੋ ਸੁਣਦੇ ਹਾਂ ਜੀ ਆ ਭਾਈ ਬੁੱਧ ਸਿੰਘ ਜੀ ਦਾ, ਬੁੱਧ ਸਿੰਘ ਤਾਨ ਦਾ। ਉਹ ਕਹਿੰਦੇ ਵੀ ਉਹਨਾਂ ਦਾ ਗੀਤ ਵੀ ਕੋਈ ਰਿਕਾਰਡ ਹੋਇਆ ਸੀ, ਉਹ ਸੁਣਾ ਰਹੇ ਨੇ ਸਭ।
ਸਾਲ ਪੁਰਾਣਾ ਰਿਕਾਰਡ ਸੀ ਇਹ ਜਿਹੜਾ ਆਪਾਂ ਸੁਣਿਆ ਹੁਣੇ, ਤੇ ਹੋਰ ਵੀ ਅਜੇ ਬਹੁਤ ਸਾਰੀ ਜਾਣਕਾਰੀ ਅਸੀਂ ਭਾਈ ਸਾਹਿਬ ਤੋਂ ਲੈਣੀ ਹੈ। ਇਹ ਹਾਂਜੀ ਬੁੱਧ ਸਿੰਘ ਤਾਨ ਤੇ ਬਦਰੂ ਨਿਸ਼ਾ ਜਿਹੜੇ ਉਹਨਾਂ ਦੇ ਨਾਲ ਫੀਮੇਲ ਆਰਟਿਸਟ ਸੀਗੇ, ਉਹ ਸੀਗੇ ਬਦਰੂ ਨਿਸ਼ਾ। ਹਾਂਜੀ ਭਾਈ ਸਾਹਿਬ, ਬਹੁਤ ਵਧੀਆ, ਬੜਾ ਪੁਰਾਣੀ ਚੀਜ਼ ਆਪਾਂ ਨੂੰ ਸੁਣਨ ਨੂੰ ਮਿਲੀ ਹੈ। ਤੇ ਇਸ ਤੋਂ ਬਾਅਦ ਆਪਾਂ ਹੁਣ ਥੋੜਾ ਅੱਗੇ ਚੱਲੀਏ। ਇਹ ਹੋ ਗਏ ਤੁਹਾਡੇ ਪਹਿਲਾਂ ਸਿੰਗਲ ਪਾਸੇ ਦਾ ਰਿਕਾਰਡ ਚੱਲਦਾ ਸੀ, ਫਿਰ ਡਬਲ ਪਾਸੇ। ਹਾਂਜੀ ਹਾਂਜੀ। ਉਸ ਤੋਂ ਬਾਅਦ ਰਿਕਾਰਡਸ ਦੇ ਵਿੱਚ ਕੀ ਅਮੈਂਡਮੈਂਟ ਹੋਈ ਹੈ, ਜਾਂ ਰਿਕਾਰਡ ਦੀ ਕੋਈ ਕਿਸਮ ਚੇਂਜ ਹੋਈ, ਰਿਕਾਰਡ ਦੀ ਟਾਈਪ ਆਫ ਚੇਂਜ ਉਹਦੇ ਵਿੱਚ ਕੀ ਹੋਇਆ, ਉਹਦਾ ਮਟੀਰੀਅਲ ਬਦਲਿਆ ਗਿਆ, ਮਤਲਬ ਕਿ ਕੋਈ ਨਵੀਂ ਅਮੈਂਡਮੈਂਟ ਜਿਹੜੀ ਇਹ ਤੋਂ ਬਾਅਦ ਹੋਈ ਹੈ ਉਹਦੀ ਗੱਲ ਦੱਸੋ। 1926 ਤੱਕ ਜਿਹੜੀ ਰਿਕਾਰਡਿੰਗ ਹੁੰਦੀ ਸੀਗੀ ਜੀ, ਇਹਦੇ ਵਿੱਚੇ ਹੁੰਦੀ ਸੀਗੀ, ਯਾਨੀ ਕਿ 1926 ਤੱਕ ਬਿਨਾਂ ਮਾਈਕ ਤੋਂ ਰਿਕਾਰਡਿੰਗ, ਬਿਨਾਂ ਮਾਈਕ ਤੋਂ ਰਿਕਾਰਡਿੰਗ। ਇਹਦੇ ਜਿਹੜਾ ਤੁਹਾਡਾ ਇਹ ਹਾਰਨ ਦੇ ਵਿੱਚੋਂ ਦੀ ਬੋਲ ਕੇ ਸਾਊਂਡ ਰਿਕਾਰਡਿੰਗ ਚੱਲਦੀ ਸੀ। ਤੇ ਹੁਣ ਸਾਨੂੰ ਕੋਈ ਉਹ ਰਿਕਾਰਡਿੰਗ ਸੁਣਾਓ ਜਿਹੜੀ ਪਹਿਲੇ ਸਭ ਤੋਂ ਪਹਿਲੀ ਰਿਕਾਰਡਿੰਗ ਕਹਿ ਸਕਦੇ ਆਪਾਂ ਹੋਵੇ, ਜਿਹੜੀ ਮਾਈਕ ਰਾਹੀਂ ਹੋਈ ਹੋਵੇ। ਤੇ ਉਹਦੇ ਵਿੱਚ ਆਪਾਂ ਦੇਖਣਾ ਚਾਹਾਂਗੇ ਕਿ ਜਿਹੜੀ ਪੁਰਾਣੇ ਕਿਸਮ ਦੀ ਰਿਕਾਰਡਿੰਗ ਸੀ ਤੇ ਮਾਈਕ ਨਾਲ ਜਦੋਂ ਰਿਕਾਰਡਿੰਗ ਸ਼ੁਰੂ ਹੋਈ ਹੈ ਉਹਦੇ ਵਿੱਚ ਕੀ ਫਰਕ ਪਿਆ। ਲਓ ਜੀ, ਇਹ ਕਿਹੜੇ ਸਾਲ ਦਾ ਹੋਊਗਾ ਜੀ? ਇਹ 1926 27 ਦੇ ਗੇਟ ਦਾ ਰਿਕਾਰਡ ਹੈ ਜੀ। ਅੱਛਾ ਜੀ, ਨਵਾਬ ਕੁਮਾਰ ਅਨਾਇਤ ਕੋਟੀਆ। ਅੱਛਾ, ਉਹਨਾਂ ਦਾ ਰਿਕਾਰਡ ਹੈ ਇਹ, ਯਾਨੀ ਕਿ ਇਹ ਹਿੰਦੁਸਤਾਨ ਦਾ ਹੀ ਬਣਿਆ ਹੋਇਆ, ਮੇਡ ਇਨ ਇੰਡੀਆ ਲਿਖਿਆ ਹੈ। ਠੀਕ ਹੈ ਜੀ। ਤੇ ਇਹ ਜਿਹੜੇ ਨਵਾਬ ਕੁਮਾਰ ਆਫ ਅਨਾਇਤ ਕੋਟੀਆ ਸੀਗੇ, ਇਹ ਤਕਰੀਬਨ ਜਿੱਥੋਂ ਕੋ ਲੱਗਦਾ ਹੈ ਮੁਸਲਮਾਨ ਬਰਾਦਰੀ ਨਾਲ ਮੁਸਲਮਾਨ ਦੇ ਹੈ। ਠੀਕ ਹੈ ਜੀ, ਤਾਲੁਕ ਰੱਖਦੇ ਹੋਣਗੇ। ਸਭ ਤੋਂ ਪਹਿਲਾਂ ਤਕਰੀਬਨ ਜ਼ਿਆਦਾ ਮੁਸਲਮਾਨ ਹੀ ਗਵਈਏ ਸੀ। ਠੀਕ ਹੈ ਜੀ। ਇਹ ਜਿਹੜੀ ਤੁਸੀਂ ਪਿੱਛੇ ਦੇਖੇ ਬਦਰੂ ਨਿਸਾ ਜੀ, ਮੁਸਲਮਾਨ ਨਹੀਂ ਸੀ। ਜੀ ਜੀ, ਠੀਕ ਹੈ ਜੀ। ਜੀ ਜੀ। ਤਾਂ ਆਪਣੇ ਜਿਹੜੇ ਆਪਣੇ ਇੱਥੇ ਆਪਣੇ ਗਾਣ ਲਗੇ ਤਾਂ ਬਹੁਤ ਦੇਰ ਬਾਅਦ ਮਤਲਬ ਹੋਇਆ ਜੀ। ਠੀਕ ਹੈ। ਇਹ ਅਨਾਇਤ ਕੋਟੀਆ ਸਾਹਿਬ ਦਾ ਸੁਣਾਓ ਸਾਨੂੰ ਕੁਝ। ਲੋ ਜੀ, ਦਰਸ਼ਕੋ, 1926 ਦਾ ਤਕਰੀਬਨ ਰਿਕਾਰਡ ਹੈ, ਜਦੋਂ ਜਿਹੜੀ ਮਾਈਕ ਰਾਹੀਂ ਰਿਕਾਰਡਿੰਗ ਹੋਈ ਸੀ। ਕਹਿੰਦੇ ਵੀ ਇਹ ਇਸ ਤਵੇ ਦੀ ਜਿਹੜੀ ਰਿਕਾਰਡਿੰਗ ਹੈ ਮਾਈਕ ਨਾਲ ਹੋਈ ਹੋਊਗੀ। ਤੇ ਇਹ ਅਨਾਇਤ ਕੋਟੀਆ ਸਾਹਿਬ, ਜਨਾਬ ਕੁਮਾਰ ਅਨਾਇਤ ਕੋਟੀਆ ਉਹਨਾਂ ਦੀ ਆਵਾਜ਼ ਹੈ। ਇਹ ਹੁਣ ਮੇਰੇ ਖਿਆਲ 1947 ਦੇ ਵਿੱਚ ਜਿਹੜੇ ਸਾਡੇ ਪੁਰਾਣੇ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਸਨ, ਫਨਕਾਰ ਸਨ, ਉਹ ਬਹੁਤ ਸਾਰੇ ਜਦੋਂ ਪੰਜਾਬ ਵੰਡਿਆ ਗਿਆ, ਉਹ ਕੁਝ ਲਹਿੰਦੇ ਪੰਜਾਬ 'ਚ ਚਲੇ ਗਏ ਤੇ ਕੁਝ ਚੜ੍ਹਦੇ ਪੰਜਾਬ 'ਚ ਰਹਿ ਗਏ ਨੇ। ਤੇ ਆਓ ਜਿਹੜੇ ਸਾਡੇ ਪੁਰਾਣੇ ਸਾਂਝੇ ਪੰਜਾਬ ਦੇ ਇਹ ਕਲਾਕਾਰ ਸੀ, ਸਾਂਝੇ ਪੰਜਾਬ ਦੇ ਜਿਹੜੇ ਸਾਡੇ ਰੰਗ ਹੁੰਦੇ ਸਨ, ਉਹ ਇਹਨਾਂ ਤਵਿਆਂ ਦੇ ਵਿੱਚੋਂ ਛਲਕਣਗੇ। ਆਓ ਉਹਨਾਂ ਦੀਆਂ ਆਵਾਜ਼ਾਂ ਸਰਵਣ ਕਰਦੇ ਹਾਂ ਕਿ ਸਾਂਝੇ ਪੰਜਾਬ ਦਾ ਜਿਹੜਾ ਇੱਕ ਮਿੱਠਾ ਰੰਗ ਹੁੰਦਾ ਸੀ ਉਹ ਕਿਸ ਤਰ੍ਹਾਂ ਦਾ ਸੀ। ਉਹ ਗੱਲਾਂ ਦੀ ਪੂਰਨ ਸਾਧ ਆਪਣੀ ਮਾਂ ਮਤਰੇਈ ਨਾਲ 9 ਲੱਖੇ ਬਾਗ ਦੇ ਵਿੱਚ ਲੂਣਾ ਨਾਲ ਪਿਆ ਕਰਦਾ ਹੈ। ਉਸ ਨੂੰ ਰਾਣੀ ਅਛਰਾ ਸੱਚੀ ਮਾਂ ਨੂੰ ਪਤਾ ਲੱਗ ਗਿਆ, ਯਾ ਅੱਲਾ ਮੇਰੇ ਪੁੱਤਰ ਦੇ ਬਾਗ ਵਿੱਚ ਕੋਈ ਸਾਧੂ ਆਇਆ ਹੈ, ਉਹਦੀ ਦੁਆ ਪਦਵਾ ਮਨਜ਼ੂਰ ਹੈ। ਮੈਂ ਵੀ ਚੱਲਾਂ ਉਹ ਸਾਧੂ ਦੇ ਕੋਲ, ਜੇ ਮੈਨੂੰ ਨੈਣ ਪ੍ਰਾਣ ਨਾਲ ਲੈ ਦੇਗਾ, ਖੌਰੇ 12 ਸਾਲਾਂ ਦਾ ਪੁੱਤਰ ਹੀ ਵਿਛੜਿਆ ਲੈ ਦੇਗਾ। ਹਰਗੀ ਆਲੀ ਅਲਗੋਜ਼ਿਆਂ ਦੇ ਨਾਲ ਜਨਾਬ ਕੁਮਾਰ ਅਨਾਇਤ ਕੋਟੀਆ ਸਾਹਿਬ ਨੇ ਗਾਇਆ ਹੋਇਆ। ਭਾਈ ਸਾਹਿਬ ਦੇ ਕਹਿਣ ਮੁਤਾਬਕ ਇਹ 1926 ਦਾ ਰਿਕਾਰਡ ਹੈ। ਹਾਂਜੀ ਦਰਸ਼ਕੋ, ਇਹ ਸਾਂਝੇ ਪੰਜਾਬ ਦਾ ਰੰਗ ਜਿਹੜਾ ਸੀ ਜਨਾਬ ਕੁਮਾਰ ਅਨਾਇਤ ਕੋਟੀਆ ਦੀ ਆਵਾਜ਼ ਹੁਣੇ ਸਰਵਣ ਕੀਤਾ। ਤੇ ਹੁਣ ਭਾਈ ਸਾਹਿਬ ਦੱਸ ਰਹੇ ਨੇ ਇੱਕ ਉਹਨਾਂ ਕੋਲ ਹੋਰ ਤਕਰੀਬਨ ਉਹੀ 1925, 26, 27, 1930 ਦਾ ਜਿਹੜਾ ਦੌਰ ਸੀ, ਉਸ ਵਕਤ ਦਾ ਇੱਕ ਹੋਰ ਸਿੰਗਰ ਹੈ ਫਾਜ਼ਲ ਟੁੰਡਾ। ਤੇ ਪਿਛਲੇ ਸਮੇਂ ਦੇ ਵਿੱਚ ਕੁਝ ਸਾਲ ਪਹਿਲਾਂ ਆਪਾਂ ਇੱਕ ਗੀਤ ਸੁਣਿਆ ਸੀ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ, ਨਾਲੇ ਭਿੱਜ ਗਏ ਬਾਹਰੇ ਚਰਖੇ, ਭਿੱਜ ਗਈਆਂ ਨਨਾਣੇ ਪੂਣੀਆਂ। ਤੇ ਉਸ ਗੀਤ ਦਾ ਜਿਹੜਾ ਹੈਡਿੰਗ ਹੈ ਉਹ ਮੈਂ ਪੜ੍ਹਿਆ ਆਹੀ ਹੈ
ਚਲੋ ਆਪਾਂ ਸੁਣਦੇ ਹਾਂ ਕਿ ਸ਼ਾਇਦ ਇਹ ਗੀਤ ਪੁਰਾਣਾ ਫਾਜ਼ਲ ਟੁੰਡਾ ਜੀ ਨੇ ਗਾਇਆ ਹੋਵੇ, ਜਦੋਂ ਸਾਡਾ ਪੰਜਾਬ ਸਾਂਝਾ ਹੁੰਦਾ ਸੀ ਉਸ ਵਕਤ ਦਾ ਰੰਗ ਹੋਵੇ ਇਹ। ਤਾਂ ਆਪਾਂ ਸਰਵਣ ਕਰਦੇ ਹਾਂ, ਹੁਣ ਪਤਾ ਲੱਗ ਜਾਏਗਾ ਕਿ ਗੀਤ ਕਿਹੜਾ ਤੇ ਤਰਜ਼ ਕਿਹੜੀ ਹੈ, ਟਿਊਨ ਕਿਹੜੀ ਹੈ। ਬਾਬਾ ਜੀ ਸੁਣਾਓ ਸਾਨੂੰ। ਜਿੱਦਾਂ ਤੁਸੀਂ ਪਹਿਲਾਂ ਅਨੈਤ ਕੋਠੀਆ ਜੀ ਦਾ ਸੁਣਿਆ ਜੀ ਜੀ ਇਹ ਤਕਰੀਬਨ ਇਹਨਾਂ ਦੇ ਬਰਾਬਰ ਹੀ, ਮਤਲਬ ਦੋਨੇ ਬਰਾਬਰ ਹੀ ਸੀਗੇ ਜੀ। ਜੀ ਠੀਕ ਹੈ ਜੀ। ਜੀ ਯਾਨੀ ਕਿ ਦੋਵੇਂ ਸਮਕਾਲੀ ਸਿੰਗਰ ਸੀਗੇ, ਜਨਾਬ ਅਨੈਤ ਕੋਠੀਆ ਸਾਹਿਬ ਤੇ ਫਾਜ਼ਲ ਟੁੰਡਾ ਸਾਹਿਬ। ਹਾਂ, ਜਿਹੜੇ ਆਪਣੇ ਫਾਜ਼ਲ ਟੁੰਡਾ ਹੁੰਦੇ ਸੀਗੇ ਨਾ ਜੀ, ਆਪਣਾ ਇੱਥੇ ਸ਼ਹਿਰ ਪੈਂਦਾ ਜੀ ਆਪਣਾ, ਜਦ ਆਪਾਂ ਜਗਰਾਉਂ ਹੈ ਨਾ, ਜਗਰਾਉਂ ਜੀ ਜਗਰਾਉਂ ਦੇ ਨੇੜੇ ਦੇ ਹੋਏ ਆ ਜੀ। ਇਹਦੀ ਉਂਗਲੀ ਮਤਲਬ ਜਨਮ ਤੋਂ ਹੀ ਮਤਲਬ ਇਹ ਸੀਗੀ ਜੀ। ਅੱਛਾ, ਉਹਦੇ ਕਰਕੇ ਇੱਕ ਉਂਗਲ ਨਹੀਂ ਸੀ ਕਹਿੰਦੇ ਜਨਮ ਤੋਂ ਇਹਨਾਂ ਦੀ, ਤਾਂ ਇਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਟੁੰਡਾ ਜੁੜ ਗਿਆ। ਹਾਂਜੀ ਜੀ। ਤਾਂ ਦੇਖੋ ਉਂਗਲ ਦੇ ਉਹ ਵੀ ਹੋਣੇ ਕਰਕੇ ਵੀ ਦੇਖੋ ਇਹਨਾਂ ਨੇ ਕਿੰਨੀ ਮਤਲਬ ਪ੍ਰਸਿੱਧੀ ਪਾਈ ਜੀ ਗਾਇਕੀ ਦੇ ਵਿੱਚ। ਠੀਕ ਹੈ ਜੀ। ਆ ਲਓ ਤੁਸੀਂ ਸੁਣੋ ਜੀ। ਜਨਾਬ ਫਾਜ਼ਲ ਟੁੰਡਾ ਦੀ ਆਵਾਜ਼ ਦੇ ਹੀਰ ਤੇ ਸਹਿਤੀ ਬੈਠੀਆਂ ਆਪ ਬੀਤੀਆਂ ਕਰਦੀਆਂ ਸੀ। ਹੀਰ ਕਹਿੰਦੀ ਬੀਬੀ ਬੈਠ ਗਏ, ਮੈਨੂੰ ਰੰਗ ਨਾਲ ਇੰਨੀ ਮੁਹੱਬਤ ਹੈ, ਸਿਆਲਾਂ ਵਿੱਚ ਇੱਕ ਦਿਨ ਅਸੀਂ ਸਾਰੀਆਂ ਆਲੋ ਪਿਆਰੇ ਦਰਸ਼ਕੋ, ਆਹ ਗੀਤ ਸੁਣ ਕੇ ਇਹ ਗੱਲ ਸਿੱਧ ਹੋ ਜਾਂਦੀ ਹੈ ਵੀ ਜਿਹੜਾ ਸਾਡਾ ਅੱਜ ਦੇ ਯੁੱਗ ਦਾ ਮਿਊਜ਼ਿਕ ਬਣਦਾ ਹੈ ਜਾਂ ਅੱਜ ਦੇ ਯੁੱਗ ਦੇ ਗੀਤ ਲਿਖੇ ਜਾਂਦੇ ਨੇ, ਜਿਹੜੇ ਲਿਖਾਰੀ ਨੇ ਜਾਂ ਸਾਡੇ ਮਿਊਜ਼ਿਕ ਡਾਇਰੈਕਟਰ ਨੇ, ਉਹਨਾਂ ਦੀਆਂ ਵੀ ਤਾਰਾਂ ਕਹਿ ਲਓ ਸਾਡੇ ਪੁਰਾਤਨ ਮਿਊਜ਼ਿਕ ਨਾਲ ਜੁੜੀਆਂ ਹੋਈਆਂ ਨੇ। ਕਿਉਂਕਿ ਪੁਰਾਣਾ ਮਿਊਜ਼ਿਕ ਸਾਡਾ ਭਿੱਜ ਗਈਆਂ 99 ਪੂਣੀਆਂ, ਇਹ 1926 ਜਾਂ 30 ਸਾਲ ਦਾ ਕਹਿ ਲਓ, ਅੱਜ ਤੋਂ 90 ਸਾਲ ਪੁਰਾਣਾ ਰਿਕਾਰਡ ਸੀ ਜਨਾਬ ਫਾਜ਼ਲ ਟੁੰਡਾ ਸਾਹਿਬ ਦਾ। ਤੇ ਹੁਣ ਕਿਤੇ 10 ਸਾਲ ਪਹਿਲਾਂ 10-15 ਸਾਲ ਪਹਿਲਾਂ ਬਲਕਾਰ ਸਿੱਧੂ ਨੇ ਵੀ ਗੀਤ ਗਾਇਆ ਭਿੱਜ ਗਈਆਂ 99 ਪੂਣੀਆਂ। ਇਸ ਤੋਂ ਮੇਰਾ ਇਹ ਕਹਿਣ ਦਾ ਮਤਲਬ ਨਹੀਂ ਹੈ ਵੀ ਕਿਸੇ ਨਵੇਂ ਸਿੰਗਰ ਨੇ ਪੁਰਾਣਾ ਗੀਤ ਚੋਰੀ ਕਰਕੇ ਗਾ ਲਿਆ, ਕਿਉਂਕਿ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ, ਸੰਗੀਤ ਨਵਾਂ ਤੇ ਪੁਰਾਣਾ ਨਹੀਂ ਹੁੰਦਾ, ਸੰਗੀਤ ਸਦਾ ਬਹਾਰ ਹੁੰਦਾ। ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਸਾਡਾ ਪੁਰਾਤਨ ਸੰਗੀਤ ਸੀ ਉਹ ਅੱਜ ਵੀ ਚੱਲ ਰਿਹਾ, ਪਰ ਫਰਕ ਇਹ ਹੈ ਕਿ ਅੱਜ ਉਹਦਾ ਥੋੜ੍ਹਾ ਜਿਹਾ ਰੂਪ ਬਦਲ ਗਿਆ। ਜਿਹੜੇ ਅੱਜ ਦੇ ਸਾਜ਼ ਨੇ, ਕੁਝ ਵੈਸਟਰਨ ਸਾਜ਼ ਉਹਦੇ ਵਿੱਚ ਮਿਕਸ ਹੋ ਗਏ ਨੇ ਆ ਕੇ, ਜਿਵੇਂ ਪਹਿਲਾਂ ਤੁੰਬਾ ਸੀ, ਅਲਗੋਜ਼ੇ ਸਨ, ਉਹਨਾਂ ਦੇ ਵਿੱਚ ਹੁਣ ਹੋਰ ਨਵੇਂ ਕੀਬੋਰਡਸ ਵਗੈਰਾ, ਕਾਰਡਸ ਵਗੈਰਾ, ਇਹ ਚੀਜ਼ਾਂ ਨਵੀਆਂ ਮੈਂਸ਼ਨ ਹੋ ਗਈਆਂ ਨੇ। ਸੋ ਆਓ ਹੋਰ ਭਾਈ ਸਾਹਿਬ ਤੋਂ ਜਾਣਕਾਰੀ ਲੈਂਦੇ ਹਾਂ ਕਿ ਹੋਰ ਇਹਨਾਂ ਦੇ ਜਿਹੜਾ ਖਜ਼ਾਨਾ ਹੈ, ਇਹਨਾਂ ਦਾ ਭੰਡਾਰ ਪਿਆ, ਉਹਦੇ ਵਿੱਚੋਂ ਸਾਨੂੰ ਹੋਰ ਕਿਹੜੀ ਚੀਜ਼ ਦੇ ਦਰਸ਼ਨ ਕਰਾਉਣਗੇ। ਹਾਂਜੀ ਭਾਈ ਸਾਹਿਬ, ਇਹ ਤੋਂ ਬਿਨਾਂ ਇਹ ਤੁਸੀਂ ਰਿਕਾਰਡ ਸਾਨੂੰ ਸੁਣਾਇਆ, ਰਿਕਾਰਡ ਸੁਣ ਕੇ ਰੂਹ ਖੁਸ਼ ਹੋ ਗਈ ਹੈ। ਮੈਨੂੰ ਪੂਰੀ ਆਸ ਹੈ ਸਾਡੇ ਦਰਸ਼ਕ ਵੀ ਪੂਰਾ ਇੰਜੋਏ ਕਰਦੇ ਹੋਣਗੇ, ਕਿਉਂਕਿ ਪੁਰਾਤਨ ਚੀਜ਼ਾਂ ਨੇ ਜਿਹੜੀਆਂ
ਇਹ ਬੜੀਆਂ ਅਮੋਲਕ ਸਾਡਾ ਖਜ਼ਾਨਾ ਸਾਡੇ ਵਿਰਸੇ ਦੀਆਂ ਪੈੜਾਂ ਨੇ, ਕਿਉਂਕਿ ਜੇ ਪੁਰਾਣਾ ਮਿਊਜ਼ਿਕ ਸੀ ਤਾਂ ਹੀ ਅੱਜ ਨਵਾਂ ਮਿਊਜ਼ਿਕ ਹੈ। ਆਪਾਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਇਹ ਗੱਲ ਕਹੀ ਸੀ ਕਿ ਜੇ ਪੁਰਾਣੇ ਸਮੇਂ ਦੇ ਵਿੱਚ ਰਿਕਾਰਡਿੰਗ ਸਿਸਟਮ ਚੱਲਦੇ ਹੁੰਦੇ ਵੀ ਜਿਹੜੇ ਸਾਡੇ ਪੁਰਾਣੇ ਰਾਗੀ ਸੀ ਜਿਵੇਂ ਤਾਨਸੇਨ ਸਾਹਿਬ ਸਨ, ਉਹਨਾਂ ਦੀਆਂ ਆਵਾਜ਼ਾਂ ਸਾਨੂੰ ਅੱਜ ਸੁਣਨ ਨੂੰ ਮਿਲ ਸਕਦੀਆਂ ਸਨ। ਤੇ ਜਦੋਂ ਇਹ ਐਡੀਸਨ ਦਾ ਜਿਹੜਾ ਕਹਿ ਲਓ ਪੂਰੀ ਦੁਨੀਆ ਤੇ ਇੱਕ ਬੜਾ ਤਕੜਾ ਉਪਕਾਰ ਹੈ, ਐਡੀਸਨ ਨੇ ਖੋਜ ਕੀਤੀ ਵੀ ਕਿਵੇਂ ਆਵਾਜ਼ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ, ਤੇ ਉਸ ਖੋਜ ਦਾ ਸਦਕਾ ਅੱਜ ਅਸੀਂ ਉਹਨਾਂ ਪੁਰਾਣਿਆਂ ਫਨਕਾਰਾਂ ਨੂੰ ਸੁਣ ਰਹੇ ਹਾਂ ਜਿਹੜੇ ਸਾਡੇ ਸਾਂਝੇ ਪੰਜਾਬ ਦੇ ਸਮੇਂ ਤੋਂ ਸਾਡੇ ਪੁਰਾਣੇ ਬਜ਼ੁਰਗਾਂ ਦਾ, ਸਾਡੇ ਦਾਦਿਆਂ ਦਾ, ਪੜਦਾਦਿਆਂ ਦਾ ਮਨੋਰੰਜਨ ਕਰਦੇ ਹੋਣਗੇ। ਸੋ ਬੜਾ ਇਹ ਵੀ ਤਾਂ ਹੀ ਤਾਂ ਕਹਿੰਦੇ ਆ ਵੀ ਇਸ ਤਰ੍ਹਾਂ ਦੀਆਂ ਪਾਕ ਰੂਹਾਂ ਬਹੁਤ ਘੱਟ ਹੁੰਦੀਆਂ ਨੇ ਜਿਨ੍ਹਾਂ ਨੂੰ ਪਰਮਾਤਮਾ ਇੱਕ ਸਮਰੱਥਾ ਦੇ ਕੇ ਭੇਜਦਾ ਹੈ। ਕਿੱਡਾ ਵੱਡਾ ਕੰਮ ਸੀ, ਕਿਵੇਂ ਰਿਕਾਰਡਿੰਗ ਹੋਣੀ ਹੈ, ਐਡੀਸਨ ਦੇ ਦਿਮਾਗ 'ਚ ਆਈਡੀਆ ਆਇਆ, ਉਹਨੇ ਰਿਕਾਰਡਿੰਗ ਸ਼ੁਰੂ ਕੀਤੀ, ਰਿਕਾਰਡ ਹੋਏ। ਅੱਜ ਅਸੀਂ ਆਪਣੇ ਦਾਦੇ ਪੜਦਾਦਿਆਂ ਦੇ ਸਮੇਂ ਦੇ ਸਿੰਗਰ ਸੀ ਜਿਹੜੇ ਸਾਡੇ ਸਾਂਝੇ ਪੰਜਾਬ ਦੇ, ਸਾਡੇ ਹਿੰਦੁਸਤਾਨ ਦੀ ਵੰਡ ਤੋਂ ਪੁਰਾਣੇ ਸਿੰਗਰਾਂ ਨੂੰ ਅਸੀਂ ਅੱਜ ਇੱਥੇ ਬਹਿ ਕੇ ਸੁਣ ਰਹੇ ਹਾਂ। ਤੇ ਭਾਈ ਸਾਹਿਬ ਦਾ ਵੀ ਮੈਂ ਫਿਰ ਦੁਆਰੇ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਖਜ਼ਾਨੇ ਨੂੰ ਸਾਂਭਿਆ ਹੋਇਆ ਹੈ। ਜੇ ਇਹਨਾਂ ਨੇ ਖਜ਼ਾਨਾ ਸਾਂਭਿਆ ਤਾਂ ਅਸੀਂ ਇਹ ਰਿਕਾਰਡ ਸੁਣ ਰਹੇ ਹਾਂ। ਤੇ ਹੁਣ ਬੇਨਤੀ ਕਰਾਂਗੇ ਕਿ ਪੁਰਾਤਨ ਜਦੋਂ ਸਾਡੇ ਸਾਂਝੇ ਪੰਜਾਬ ਦਾ ਕੋਈ ਹੋਰ ਰੰਗ ਸਾਨੂੰ ਸੁਣਾਇਆ ਜਾਵੇ, ਜਿੱਤੋਂ ਸਾਡੇ ਦਰਸ਼ਕ ਮੈਨੂੰ ਲੱਗਦਾ ਹੈ ਵੀ ਉਹ ਪੂਰਾ ਚਾਹੁੰਦੇ ਹੋਣਗੇ ਕਿ ਹੁਣ ਅਗਲਾ ਰਿਕਾਰਡ ਕਿਹੜਾ ਹੋਏਗਾ। ਦਰਸ਼ਕੋ ਉਹ ਪੁੱਛਦੇ ਆ ਭਾਈ ਸਾਹਿਬ ਨੂੰ ਕਿ ਅਗਲਾ ਸਾਨੂੰ ਕੀ ਸੁਣਾਉਣਗੇ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਜੀ। ਜੀ ਅਮਰ ਸਿੰਘ ਸ਼ੌਂਕੀ ਹੋਈ। ਹਾਂਜੀ ਹਾਂਜੀ ਦੇਖੋ ਮੇਰੇ ਸੁਣਨੇ ਦੇ ਵਿੱਚ ਇਹੀ ਆਇਆ ਜੀ, ਜਿਸ ਗੱਲ ਸਾਡੇ ਕੀ ਗੱਲ ਹੁੰਦੀ ਹੈ ਜੀ, ਇਹ ਵਿਆਹਾਂ ਦੇ ਵਿੱਚ ਅਮਰ ਸਿੰਘ ਸ਼ੌਂਕੀ ਦਾ ਪ੍ਰੋਗਰਾਮ ਤਕਰੀਬਨ ਹੁੰਦਾ ਹੀ ਸੀਗਾ ਜੀ। ਜੇ ਇਹਨਾਂ ਕੋਲ ਡੇਟ ਨਹੀਂ ਹੁੰਦੀ ਸੀਗੀ ਜੀ ਤਾਂ ਵਿਆਹ ਹੀ ਪਿੱਛੇ ਕਰ ਦਿੰਦੇ ਸੀ। ਦੇਖੋ ਦਰਸ਼ਕੋ ਦੇਖੋ ਕਿੰਨੀ ਵੱਡੀ ਗੱਲ ਹੈ। ਕਹਿੰਦੇ ਜਿਹੜੇ ਅਮਰ ਸਿੰਘ ਸ਼ੌਂਕੀ ਸਨ ਢਾਡੀ, ਕਹਿੰਦੇ ਲੋਕ ਜੇ ਉਹਨਾਂ ਦੇ ਕੋਲ ਟਾਈਮ ਨਹੀਂ ਸੀ ਨਾ ਹੁੰਦਾ ਤਾਂ ਲੋਕ ਆਪਣੇ ਬੱਚਿਆਂ ਦੇ ਵਿਆਹ ਅੱਗੇ ਪਿੱਛੇ ਕਰ ਦਿੰਦੇ ਸੀ। ਗੱਲ ਕੀ ਵੀ ਅਮਰ ਸਿੰਘ ਸ਼ੌਂਕੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਹੋਣਾ ਹੀ ਚਾਹੀਦਾ ਵਿਆਹ ਦੇ ਵਿੱਚ, ਤਾਂ ਵਿਆਹ ਹੋਊਗਾ। ਜੇ ਉਹਨਾਂ ਦੇ ਕੋਲ ਟਾਈਮ ਨਹੀਂ ਤਾਂ ਵਿਆਹ ਅੱਗੇ ਪਿੱਛੇ। ਬਲਕਿ ਇਸ ਤਰ੍ਹਾਂ ਦੇ ਫਨਕਾਰ ਸਾਡੇ ਪੰਜਾਬ ਦੇ ਹੋਏ ਨੇ ਜਿਨ੍ਹਾਂ ਤੇ ਸਾਰੇ ਪੰਜਾਬ ਨੂੰ ਅੱਜ ਵੀ ਮਾਣ ਹੈ। ਭਾਈ ਸਾਹਿਬ ਇਸ ਤੋਂ ਅੱਗੇ ਆਪਾਂ ਚੱਲੀਏ, ਹੋਰ ਕੋਈ ਸਾਨੂੰ ਸਾਂਝੇ ਪੰਜਾਬ ਦੇ ਸਾਂਝੇ ਕਲਾਕਾਰ ਜਿਹੜੇ ਉਸ ਵੇਲੇ ਦੇ ਸੀ ਉਹਨਾਂ ਦਾ ਕੋਈ ਮਿੱਠਾ ਰੰਗ ਹੋਰ ਸੁਣਾਓ। ਸਾਂਝੇ ਪੰਜਾਬ ਦੇ ਰੰਗਾਂ ਦੀ ਗੱਲ ਕਰ ਰਹੇ ਸੀ ਆਪਾਂ ਨੇ। ਜਨਾਬ ਅਨੈਤ ਕੁਟੀਆ ਸਾਹਿਬ ਨੂੰ ਸੁਣਿਆ, ਜਨਾਬ ਫਾਜ਼ਲ ਟੁੰਡਾ ਸਾਹਿਬ ਨੂੰ ਸੁਣਿਆ, ਤੇ ਹੁਣ ਸ਼ਮਸ਼ਾਦ ਬੇਗਮ, ਜ਼ੀਨਤ ਬੇਗਮ, ਉਹ ਵੀ ਸਾਡੀਆਂ ਫੀਮੇਲ ਆਰਟਿਸਟ, ਸਾਡੀਆਂ ਫੀਮੇਲ ਫਨਕਾਰਾਂ ਹੁੰਦੀਆਂ ਸਨ। ਤੇ ਬਾਬਾ ਜੀ ਹੁਣ ਤੁਹਾਡੇ ਕੋਲ ਕਿਹੜਾ ਰਿਕਾਰਡ ਜਿਹੜਾ ਤੁਸੀਂ ਸਾਨੂੰ ਸੁਣਾਉਣ ਜਾ ਰਹੇ ਹੋ? ਮੁਸਲਮਾਨਾਂ ਦੇ ਵਿੱਚ ਜੀ ਜਿੱਦਾਂ ਤੁਸੀਂ ਬੋਲੇ ਜੀ, ਜ਼ੀਨਤ ਬੇਗਮ ਹੋਈ ਜੀ, ਜਾਂ ਸ਼ਮਸ਼ਾਦ ਬੇਗਮ ਦਾ ਦੇਖੋ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਹਾਂਜੀ ਗਾਇਆ। ਠੀਕ, ਨੂਰ ਜਹਾਨ ਨੂੰ ਹੋਈ ਜੀ, ਜਾਂ ਮਰਬਰ ਸੁਲਤਾਨਾ ਹੋਈ ਜੀ। ਮੈਂ ਨਾ ਇੰਨੇ ਕੁ ਨਾਂ ਬੋਲੂੰਗਾ ਜੀ। ਸੈਂਕੜਿਆਂ ਦੇ ਵਿੱਚ ਮਤਲਬ ਇਹਨਾਂ ਨੇ ਗਾਇਆ ਜੀ। ਗਾਇਕੀ ਦੇ ਵਿੱਚ। ਠੀਕ ਹੈ ਜੀ। ਤਾਂ ਇਸ ਟਾਈਮ ਆਪਣੇ ਕੋਲ ਜੀ ਜਿਸ ਟਾਈਮ ਲੈਂਦੇ ਪੰਜਾਬ ਇਹ ਮਤਲਬ ਪੰਜਾਬ ਇਕੱਠੇ ਹੀ ਸੀਗਾ ਜਿਸ ਟਾਈਮ ਬਣਿਆ ਨਹੀਂ ਸੀ, ਪਾਕਿਸਤਾਨ ਤੋਂ ਹਲੇ ਬਣਿਆ ਨਹੀਂ ਸੀਗਾ ਜੀ। ਉਸ ਟਾਈਮ ਦੀ ਜ਼ੀਨਤ ਬੇਗਮ ਦਾ ਲੋ ਤੁਹਾਨੂੰ ਮੈਂ ਇੱਕ ਰਿਕਾਰਡ ਉਹਨਾਂ ਦੀ ਜੋ ਵੀ ਰਿਕਾਰਡਿੰਗ ਮੇਰੇ ਕੋਲ ਪਈ ਹੈ ਜੀ, ਉਹ ਤੁਹਾਡੇ ਇਹ ਕਿਹੜੇ ਸਾਲ ਦੀ ਹੋਊਗੀ? ਇਹ ਹੋਏਗੀ ਜੀ 47-50 ਦੇ ਵਿੱਚ ਦੀ ਲਗਭਗ ਸਾਡੇ ਸਾਈਡ। 47 ਤੋਂ ਪਹਿਲੀ ਹੋ ਸਕਦੀ ਹੈ। ਫਿਰ 47 ਤਾਂ ਆਪਾਂ ਤੋਂ ਪਾਕਿਸਤਾਨ ਵੱਖਰਾ ਬਣ ਗਿਆ ਸੀ ਨਾ। ਹਾਂਜੀ। ਤੇ ਇਹ ਇੱਥੇ ਤਵੇ ਤੇ ਲਿਖਿਆ ਨਹੀਂ ਹੁੰਦਾ ਵੀ ਕਿਹੜੇ ਨਹੀਂ, ਇਸ ਤੇ ਸਨ ਨਹੀਂ ਹੈ ਮਤਲਬ ਮੈਂ। ਅੱਛਾ ਜੀ। ਹਾਂਜੀ, ਯਾਨੀ ਕਹਿ ਲਓ ਜਦੋਂ ਦੇਸ਼ ਦੀ ਵੰਡ ਹੋਈ ਉਸ ਸਮੇਂ ਦੀ ਹੋ ਸਕਦੀ ਹੈ। ਰਿਕਾਰਡ ਉੱਧਰ ਅੱਧ ਜਾਂਦੇ ਹੀ ਸੀਗੇ ਜੀ। ਅੱਛਾ। ਇਹ ਜਿੱਦਾਂ ਨਾ ਇਹਨਾਂ ਦਾ ਪਲਾਟ ਆਪਣੇ ਇੰਡੀਆ 'ਚ ਵੀ ਸੀਗਾ ਜੀ, ਕਲਕੱਤੇ ਵਿੱਚ ਹੁੰਦਾ ਸੀਗਾ ਜੀ, ਉੱਧਰ ਲਾਹੌਰ, ਕਰਾਚੀ ਦੇ ਵਿੱਚ ਹੁੰਦਾ ਸੀਗਾ ਜੀ। ਤਾਂ ਰਿਕਾਰਡ ਆਲੇ ਦੁਆਲੇ ਜਾਂਦੀ ਸੀਗੀ ਰਿਕਾਰਡ ਤਾਂ ਉੱਧਰ ਇੱਧਰ ਵੀ ਆਉਂਦੇ ਸੀਗੇ ਉਹਨਾਂ ਦੇ। ਅੱਛਾ ਅੱਛਾ। ਇੱਧਰ ਤੋਂ ਉੱਧਰ ਵੀ ਜਾਂਦੇ ਸੀਗੇ ਜੀ। ਠੀਕ ਹੈ। ਕਿ ਬੋਲੀ ਤਾਂ ਆਪਣੀ ਇਕੱਠੀ ਹੋ ਸੀਗੀ। ਬਿਲਕੁਲ ਬਿਲਕੁਲ। ਠੀਕ ਹੈ ਜੀ। ਜ਼ੁਬਾਨ ਤਾਂ ਦੋਵੇਂ ਪੰਜਾਬਾਂ ਦੀ ਕੋਈ ਹੈ, ਪੰਜਾਬੀ ਬੋਲਦੇ ਨੇ। ਫਰਕ ਹੈ ਕਿ ਅਸੀਂ ਗੁਰਮੁਖੀ ਲਿਖਦੇ ਹਾਂ, ਉਹ ਸ਼ਾਹਮੁਖੀ ਲਿਖਦੇ ਨੇ। ਤੇ ਆਓ ਜੀ ਸਾਨੂੰ ਸੁਣੀਏ ਪੁਰਾਤਨ ਰਿਕਾਰਡ ਹੈ ਜ਼ੀਨਤ ਬੇਗਮ ਦਾ, ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਜੀ। ਇਹ ਬਾਬਾ ਜੀ ਕੀ ਕਰ ਰਹੇ ਹੋ ਤੁਸੀਂ? ਇਹ ਕੀ ਚੀਜ਼ ਜਿਹੜੀ ਤੁਸੀਂ ਕਰਦੇ ਹੋ? ਇਹ ਇੱਕ ਖਾਸ ਟਾਈਪ ਦੇ ਬੁਰਸ਼ ਹੈ ਜੀ। ਅੱਛਾ। ਇਹਨਾਂ ਦੀ ਸਫਾਈ ਕਰਨ ਵਾਸਤੇ? ਸਫਾਈ ਕਰਨ। ਇਹ ਜਿਹੜੇ ਦਰਸ਼ਕੋ ਜਿਹੜੇ ਤਵੇ ਬਾਬਾ ਜੀ ਨੇ ਸਾਂਭੇ ਹੋਏ ਨੇ ਉਹਨਾਂ ਦੀ ਸਾਂਭ ਸੰਭਾਲ ਦਾ ਸਮਾਨ ਵੀ ਰੱਖਿਆ ਹੋਇਆ ਹੈ। ਇਹ ਪੁਰਾਣੇ ਸਮੇਂ ਦੀ ਬਣਿਆ ਹੋਇਆ ਬੁਰਸ਼, ਖਾਸ ਟਾਈਪ ਦਾ ਬੁਰਸ਼ ਹੈ ਜਾਂ ਖਾਸ ਕਰਕੇ ਇਹਨਾਂ ਤਵਿਆਂ ਦੀ ਸਫਾਈ ਕਰਨ ਵਾਸਤੇ, ਇਹਨਾਂ ਰਿਕਾਰਡਸ ਦੀ ਸਫਾਈ ਕਰਨ ਵਾਸਤੇ ਇਹਨਾਂ ਨੇ ਰੱਖੇ ਹੋਏ ਨੇ। ਬੜਾ ਸ਼ੌਕ ਦਾ ਕੰਮ ਹੈ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ। ਇਹ ਬੁਰਸ਼ ਦਾ ਇਹ ਹੈ ਜੀ, ਇਹਨੂੰ ਇਦਾਂ ਹੀ ਚਲਾਉਣਾ ਹੈ ਜੀ। ਠੀਕ ਹੈ ਜੀ। ਇਹਦੇ ਜਿੰਨੇ ਵੀ ਟਰੈਕ ਹੈ ਜੀ, ਇਹ ਸਾਰੇ ਮਤਲਬ ਸਾਫ਼ ਹੋ ਜਾਂਦੇ ਜੀ। ਚਲੋ ਹਲੋ ਸੁਣੋ।
ਦਰਸ਼ਕੋ ਇਹ ਸੀ ਜੀਨਤ ਬੇਗਮ ਦੀ ਆਵਾਜ਼ ਦੇ ਵਿੱਚ ਇੱਕ ਪੁਰਾਣਾ ਰਿਕਾਰਡ। ਤੇ ਹੁਣ ਜਿਹੜਾ ਅਗਲਾ ਬਾਬਾ ਜੀ ਕੀ ਤੁਹਾਡੇ ਕੋਲ ਤੁਹਾਡੇ ਖਜ਼ਾਨੇ ਚੋਂ ਕਿਹੜਾ ਤੁਸੀਂ ਸਾਨੂੰ ਰਿਕਾਰਡ ਸੁਣਾ ਰਹੇ ਹੋ ਜਿਹੜਾ ਪੁਰਾਣਾ? ਇਹ ਸੁਣੀ ਤੁਸੀਂ ਜੀਨਤ ਬੇਗਮ ਜੀ। ਜੀ ਹੁਣ ਤੁਹਾਨੂੰ ਅਸੀਂ ਸੁਣਾਈਏ ਜੀ ਇੱਕ ਦਦਾਰ ਸਿੰਘਰ ਟਾਂਡਾ ਹੋਇਆ ਜੀ। ਅੱਛਾ ਜੀ। ਢੱਡ ਸਾਰਗੀ ਹੋਇਆ ਜੀ। ਦਦਾਰ ਸਿੰਘ ਰਟਾਂਡਾ ਟਾਂਡਾ ਜੀ। ਰਟਾਂਡਾ ਪਿੰਡ ਦਾ ਹੋਇਆ ਜੀ। ਦਦਾਰ ਸਿੰਘ ਰਟਾਂਡਾ ਤਾਂ ਹੀ ਕਹਿੰਦੇ ਸੀ। ਜੀ ਜੀ ਠੀਕ ਹੈ ਜੀ। ਜੀ। ਹਲੋ ਉਹਨਾਂ ਨੂੰ ਸੁਣਾ ਦਿਓ। ਸੁਣੋ ਜੀ। ਇਹ ਕਿਹੜੇ ਸਾਲ ਦਾ ਰਿਕਾਰਡ ਹੋਊਗਾ ਜੀ? ਇਹ ਹੋਏਗਾ ਜੀ 1950 ਦੇ ਬਾਅਦ ਦੇ ਰਿਕਾਰਡ ਹੈ ਜੀ। ਅੱਛਾ, ਤਕਰੀਬਨ 1950 ਦੇ ਬਾਅਦ ਦੀ। ਹਾਂਜੀ। ਤੇ ਮੈਨੂੰ ਕੋਈ ਹੋਰ ਜਿਹੜਾ ਟ੍ਰੈਡੀਸ਼ਨਲ ਤੁਹਾਡੇ ਕੋਲ ਪੁਰਾਣਾ ਪਿਆ 1950 ਤੋਂ ਪਹਿਲਾਂ ਇਹਨਾਂ ਨੂੰ ਦੇਸੀ ਭਾਸ਼ਾ ਦੇ ਵਿੱਚ ਬਾਜਾਂ ਦੇ ਰਿਕਾਰਡ ਕਰਨੇ ਜੀ। ਬਾਜਾਂ ਵਾਲੇ ਰਿਕਾਰਡ। ਆਵਾਜ਼ਾਂ ਠੀਕ ਹੈ ਜੀ। ਹਾਂ, ਬਾਜਾਂ। ਮੈਂ ਆਪਣੇ ਬਜ਼ੁਰਗਾਂ ਤੋਂ ਆਪਣੇ ਦਾਦੇ ਪੜਦਾਦਿਆਂ ਤੋਂ ਸੁਣੀਆਂ, ਉਹ ਕਹਿੰਦੇ ਹੁੰਦੇ ਸੀ ਦਦਾਰ ਸਿੰਘ ਦੀਆਂ ਆਵਾਜ਼ਾਂ ਸੁਣਨੀਆਂ। ਆਵਾਜ਼ਾਂ ਇੱਕ ਕਲਾ ਦਾ ਨਾਂ ਕਹਿ ਲਓ ਜਾਂ ਗੀਤ ਦਾ ਨਾਂ ਸੀ। ਜਿਵੇਂ ਢਾਡੀ ਕਲਾ ਹੁੰਦੀ ਹੈ, ਉਹਦੇ ਵਿੱਚ ਅਲੱਗ-ਅਲੱਗ ਰੰਗ ਹੁੰਦੇ ਨੇ। ਇੱਕ ਰੰਗ ਦਾ ਨਾਂ ਆਵਾਜ਼ਾਂ ਹੁੰਦਾ ਸੀ ਤੇ ਲੋਕ ਉਹਨਾਂ ਨੂੰ ਆਵਾਜ਼ਾਂ ਕਹਿੰਦੇ ਹੁੰਦੇ ਸੀ। ਤੇ ਹੁਣ ਤੁਹਾਡੇ ਕੋਲ ਹੋਰ ਜਿਹੜਾ ਪੁਰਾਣਾ ਕੋਈ ਰਿਕਾਰਡ ਜਿਹੜਾ ਖਾਸੀਅਤ ਜਿਹੜੇ ਚੋਵੇ, ਜਿਵੇਂ ਇਹ ਜਿਹੜਾ ਤੁਸੀਂ ਤਵਾ ਇਹ ਵੀ ਪੱਤੋਂ ਦਾ ਲਾਖਦਾ ਹੀ ਹੈ? ਹਾਂਜੀ, ਇਹ ਲੱਗਦਾ ਹੈ ਜੀ। ਇਹ ਪਿੰਡਾਂ ਦੇ ਵਿੱਚ ਤਕਰੀਬਨ ਮੈਂ ਛੋਟੇ ਇਹਨਾਂ ਦੇ ਖਾੜੇ ਦੇਖੇ ਵੀ ਹੈ ਜੀ। ਅੱਛਾ, ਤੁਸੀਂ ਮਤਲਬ ਕਿ ਇਹਨਾਂ ਨੂੰ ਲਾਈਵ ਸੁਣਿਆ? ਹਾਂ, ਲਾਈਵ ਸੁਣਿਆ। ਠੀਕ ਹੈ ਜੀ। ਇਹ ਰਾਤ ਨੂੰ ਇਹਨਾਂ ਦਾ ਪ੍ਰੋਗਰਾਮ ਹੁੰਦਾ ਸੀਗਾ, ਜਿਸ ਟਾਈਮ ਮਤਲਬ ਆਪਣਾ ਕੰਮਕਾਰ ਕਰਕੇ 9-10 ਵਜੇ ਮਤਲਬ ਸਾਰੇ ਆਪਣੇ ਇਕੱਠੇ ਹੋ ਜਾਂਦੇ ਸੀਗੇ। ਜਿਸ ਕੰਡੀਆਂ ਹੁੰਦੀਆਂ ਸੀਗਾ ਜੀ ਪਿੰਡਾਂ ਦੇ ਵਿੱਚ, ਉੱਥੇ ਆ ਧਰਮਸ਼ਾਲਾ ਹੁੰਦੀਆਂ ਸੀਗਾ ਜੀ। ਉੱਥੇ ਇਕੱਠੇ ਹੋ ਜਾਣਾ, ਪ੍ਰੋਗਰਾਮ ਉੱਥੇ ਚੱਲਦੇ ਸੀਗੇ ਜੀ। ਕਿੱਸੇ ਪੂਰਨ ਦੇ ਹੋਏ ਜੀ, ਕੌਲਾ ਹੋਈ ਜੀ, ਇਦਾਂ ਦੇ ਕਿੱਸੇ ਚਲਾਉਂਦੇ ਸੀਗੇ ਜੀ ਸਵੇਰੇ। ਭਾਈ ਤੁਸੀਂ ਇੰਨਾ ਸਮਾਨ ਇਹ ਜਿਹੜਾ ਤੁਸੀਂ ਸੰਭਿਆ ਹੋਇਆ, ਹਾਂਜੀ, ਤੁਸੀਂ ਇਹਦੀ ਸੰਭਾਲ ਕਰਦੇ ਹੋ ਤੇ ਤੁਸੀਂ ਜ਼ਾਹਿਰ ਜੀ ਗੱਲ ਹੈ ਵੀ ਤੁਸੀਂ ਇਹ ਤੇ ਸਮਾਂ ਹੀ ਬਹੁਤ ਦੰਦੇ ਹੋਣਗੇ, ਮਤਲਬ ਕਿ ਸਮਾਂ ਵੀ ਤੁਹਾਡਾ ਬਹੁਤ ਲੱਗਦਾ ਹੋਊਗਾ ਤੇ ਖਰਚਾ ਵੀ ਹੁੰਦਾ ਹੋਊਗਾ ਇਹਦਾ ਸਾਂਭ ਸੰਭਾਲ ਤੇ। ਕਦੇ ਤੁਹਾਨੂੰ ਸਰਕਾਰ ਵੱਲੋਂ ਜਾਂ ਕੋਈ ਹੋਰ ਕਿਸੇ ਸੱਜਣ ਵੱਲੋਂ ਕੋਈ ਤੁਹਾਨੂੰ ਹੈਲਪ ਮਿਲੀ ਹੈ? ਨਹੀਂ ਜੀ, ਮੈਨੂੰ ਸਰਕਾਰ ਕਰਨੀ ਤੋਂ ਕੋਈ ਨਹੀਂ ਮਿਲੀ ਜੀ। ਹਾਂਜੀ। ਤਾਂ ਇਹ ਬਸ ਆਪਣੀ ਕਰਨੀ ਤੇ ਜੋ ਵੀ ਹੈ ਜੀ, ਜਿੰਨੀ ਕਿ ਮੇਰੀ ਲਿਮਿਟ ਹੈ ਨਾ ਜੀ, ਉਸ ਹਿਸਾਬ ਨਾਲ ਮੈਂ ਇੱਕ ਭਾਈ ਸਾਹਿਬ ਇਹ ਇੰਨਾ ਜਿਹੜਾ ਸਮਾਨ ਹੈ, ਹੁਣ ਇਹ ਮਸ਼ੀਨਾਂ ਨੇ ਤੁਹਾਡੀਆਂ, ਜੇ ਮਸ਼ੀਨ ਇਹ ਖਰਾਬ ਹੋ ਜਾਂਦੀ ਹੈ ਜਾਂ ਉਹ ਮਸ਼ੀਨ ਖਰਾਬ ਹੋ ਜਾਂਦੀ ਹੈ, ਇਹਨਾਂ ਦੇ ਮਕੈਨਿਕ ਵੀ ਅੱਜ ਕੱਲ੍ਹ ਹੁੰਦੇ ਹੋਣਗੇ, ਤੁਸੀਂ ਇਹਨੂੰ ਠੀਕ ਕਿੱਥੋਂ ਕਰਾਉਂਦੇ ਹੋ? ਇਹਨਾਂ ਦੇ ਮਕੈਨਿਕ ਅੱਜ ਕੱਲ੍ਹ ਨਹੀਂ ਲੱਭਦੇ ਜੀ। ਜੇ ਆਪਾਂ ਅੱਜ ਕੱਲ੍ਹ ਦੇ ਮਾਲਕ ਇਹਦੇ ਕੋਲ ਮਕੈਨਿਕ ਕੋਲ ਲੈ ਕੇ ਵੀ ਚਲੀ ਜਾਈਏ, ਜਿਹਨੂੰ ਉਹਨੂੰ ਤਾਂ ਸਮਝ ਨਹੀਂ ਆਈ ਚੀਜ਼ ਦੀ ਇਹ ਕੀ ਹੈ ਕਿ ਉਹਨਾਂ ਨੇ ਦੇਖਿਆ ਨਹੀਂ ਹੈ ਜੀ। ਸੁਭਾਵਿਕ ਗੱਲ ਹੈ, ਜਦੋਂ ਉਹਨੇ ਕੋਈ ਕੰਮ ਕਰਿਆ ਹੀ ਨਹੀਂ ਹੈਗਾ, ਉਹਨੂੰ ਪਤਾ ਕਿੱਦਾਂ ਲੱਗੇਗਾ ਜੀ। ਫਿਰ ਇਹਨਾਂ ਦਾ ਮੇਨਟੇਨੈਂਸ ਕਿਵੇਂ ਕਰਾਉਂਦੇ ਹੋ? ਇਹਨਾਂ ਦਾ ਮੇਨਟੇਨੈਂਸ ਇਦਾਂ ਹੈ ਜੀ, ਇਹ ਇਹਨਾਂ ਦਾ ਮੈਂ ਆਪ ਕਰਦਾ ਜੀ ਮੇਨਟੇਨੈਂਸ ਸਾਰਾ। ਅੱਛਾ, ਯਾਨੀ ਕਿ ਇਹਨਾਂ ਮਸ਼ੀਨਾਂ ਦੀ ਜਿਹੜੀ ਮੁਰੰਮਤ ਆ ਤੁਸੀਂ ਆਪ ਹੀ ਕਰ ਰਹੇ ਹੋ? ਹਾਂਜੀ। ਯਾਨੀ ਕਿ ਤੁਹਾਨੂੰ ਜਾਣਕਾਰੀ ਹੈ ਮੁਰੰਮਤ ਦੀ? ਹਾਂ, ਪੂਰੀ। ਪੁਰਾਣੀਆਂ ਮਸ਼ੀਨਾਂ ਨੇ, ਜੋ ਵੀ ਤੁਹਾਡਾ ਹੈਗਾ, ਉਹਦੀ ਤੁਹਾਨੂੰ ਪੂਰੀ ਜਾਣਕਾਰੀ ਵੀ ਕਿਵੇਂ ਠੀਕ ਹੋਣਗੀਆਂ, ਕੀ ਪ੍ਰੋਬਲਮ ਹੈ? ਇੱਥੇ ਤੱਕ ਜੀ ਮੈਂ ਆਪਣੀ ਤਾਂ ਮਤਲਬ ਕਰਨੀ ਹੈ ਜੀ। ਕਈ ਜਿਹੜੇ ਹੋਰ ਮੇਰੇ ਨਾਲ ਦੇ ਮਤਲਬ ਸੱਜਣ ਮਿੱਤਰ ਹੈਗੇ ਆ ਜੀ, ਉਹਨਾਂ ਦੀ ਜੇ ਕਦੀ ਮਸ਼ੀਨ ਕਦੀ ਖਰਾਬ ਹੋ ਗਈ, ਕੁਛ ਹੋਏਗਾ ਚੀਜ਼ ਜੀ, ਉਹ ਮੇਰੇ ਕੋਲ ਲਿਆਂਦੀ, ਮੈਂ ਉਹਨੂੰ ਠੀਕ ਕਰਕੇ ਉਹਨੂੰ ਉਦਾਂ ਹੀ ਦੇ ਦਿੰਦਾ। ਠੀਕ ਹੈ। ਅੱਛਾ ਦੋਸਤੋ, ਮੈਂ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਜੇ ਕਿਸੇ ਵੀਰ ਕੋਲ ਕੋਈ ਪੁਰਾਤਨ ਇਸ ਤਰ੍ਹਾਂ ਦੀ ਮਸ਼ੀਨ ਪਈ ਹੋਵੇ, ਖਰਾਬ ਹੈ, ਉਹਦੀ ਚੱਲਦੀ ਨਹੀਂ ਹੈਗੀ, ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਹੋਊਗਾ ਤੇ ਮੇਰੇ ਨਾਲ ਹੀ ਇਹਨਾਂ ਦਾ, ਮੈਂ ਜਾਣਦਾ ਇਹਨੂੰ, ਮੇਰੇ ਕਿੱਥੇ ਰਹਿੰਦੇ ਆ,
ਤਾਂ ਜੇ ਕਿਸੇ ਨੇ ਆਪਣੀ ਮਸ਼ੀਨ ਠੀਕ ਕਰਾਉਣੀ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਬਾਬਾ ਜੀ ਦੇ ਨਾਲ। ਇਹਨਾਂ ਦਾ ਨੰਬਰ ਵੀ ਅਸੀਂ ਦੇ ਦਾਂਗੇ। ਜੇ ਕਿਸੇ ਕੋਲ ਪੁਰਾਣਾ ਕੋਈ ਸ਼ੌਕ ਰੱਖਦਾ, ਉਹਦੇ ਕੋਲ ਮਸ਼ੀਨ ਪਈ ਹੈ, ਉਹ ਚੱਲਦੀ ਨਹੀਂ ਜਾਂ ਨਵਾਂ ਉਹਨੂੰ ਮਕੈਨਿਕ ਨਹੀਂ ਮਿਲਿਆ, ਤਾਂ ਉਹ ਬਾਬਾ ਜੀ ਤੋਂ ਠੀਕ ਕਰਵਾ ਸਕਦੇ ਨੇ। ਸੋ ਬਾਬਾ ਜੀ ਹੁਣ ਅਗਲਾ ਆਪਾਂ ਗੱਲ ਕਰੀਏ ਵੀ ਹੋਰ ਕਿਹੜਾ ਨਵਾਂ ਤਵਾ ਤੁਸੀਂ ਸਾਨੂੰ ਦਿਖਾ ਰਹੇ ਹੋ? ਦੇਖੋ ਜੀ, ਅਮਰ ਸਿੰਘ ਸ਼ੌਂਕੀ ਨੂੰ ਕੌਣ ਨਹੀਂ ਜਾਣਦਾ ਜੀ? ਬਿਲਕੁਲ ਦੁਨੀਆ ਜਾਣਦੀ। ਠੀਕ ਹੈ ਜੀ ਜੀ। ਕੋਈ ਉਹਨੂੰ ਕਿਸੇ ਆਪਣੀ ਉਹਦੇ ਦੀ ਮਸੂਰੀ ਦੀ ਜ਼ਰੂਰਤ ਨਹੀਂ ਹੈ ਜੀ। ਨਾ ਨਾ। ਠੀਕ ਹੈ ਜੀ, ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਸੀਗੇ ਜੀ। ਬਿਲਕੁਲ। ਠੀਕ ਹੈ ਜੀ। ਹਾਂਜੀ। ਤਾਂ ਜਿਸ ਟਾਈਮ ਵਿਆਹ ਹੁੰਦੇ ਸੀ ਜੀ ਪਿੰਡਾਂ ਦੇ ਵਿੱਚ, ਹਾਂ ਗੱਲ ਕੀਤੀ ਆਪਾਂ ਪਹਿਲਾਂ ਵੀ ਅਮਰ ਸਿੰਘ ਸ਼ੌਂਕੀ ਨੂੰ ਪੁੱਛ ਕੇ ਲੋਕ ਵਿਆਹ ਦਾ ਤਰੀਕਾ ਰੱਖਦੇ ਸੀਗੇ ਜੀ। ਸੁਣਾਓ ਜੀ ਅਮਰ ਸਿੰਘ ਸ਼ੌਂਕੀ ਦਾ। ਦੋ ਜੀ। ਆਓ ਜੀ ਅਮਰ ਸਿੰਘ ਸ਼ੌਂਕੀ ਜੀ ਦਾ ਰਿਕਾਰਡ ਸੁਣਦੇ ਆ। ਅਮਰ ਸਿੰਘ ਸ਼ੌਂਕੀ ਸਾਡੇ ਪੰਜਾਬ ਦੇ ਹੀਰੇ ਸਨ, ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਦਰਸ਼ਕੋ, ਇਹ ਅਮਰ ਸਿੰਘ ਸ਼ੌਂਕੀ ਜੀ ਵੱਲੋਂ ਗਾਇਆ ਹੋਇਆ ਗੀਤ ਹੈ ਤੇ ਜਿਹੜੇ ਮੇਰੀ ਉਮਰ ਦੇ ਨੇ ਉਹ ਇਸ ਗੱਲ ਨੂੰ ਸਮਝਣਗੇ ਕਿ ਮਨਮੋਹਨ ਵਾਰਸ ਹੋਰਾਂ ਨੇ ਵੀ ਇਹ ਗੀਤ ਗਾਇਆ ਸੀ। ਅੱਜ ਆ ਭਾਬੀ ਝੂਕ ਲੈ ਪੀਂਘ ਹੁਲਾਰੇ ਲੈਂਦੀ। ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਵੀ ਜਿਹੜਾ ਸਾਡਾ ਅੱਜ ਦਾ ਮਿਊਜ਼ਿਕ ਹੈ, ਸਾਡਾ ਅੱਜ ਦਾ ਸੰਗੀਤ ਹੈ, ਉਹ ਕਿਤੇ ਨਾ ਕਿਤੇ ਸਾਡੇ ਪੁਰਾਤਨ ਸੰਗੀਤ ਦੇ ਨਾਲ ਜੁੜਿਆ ਹੋਇਆ। ਸੋ ਬਹੁਤ ਵਧੀਆ ਉਹਨਾਂ ਦਾ ਸੀਗਾ ਇਹ ਅੱਜ ਆ ਭਾਬੀ ਝੂਕ ਲੈ ਪੀਂਘ ਹੁਲਾਰੇ ਲੈਂਦੀ। ਹਾਂਜੀ ਦੋਸਤੋ, ਭਾਈ ਸਾਹਿਬ ਕੋਲ ਦਾ ਖਜ਼ਾਨਾ ਬਹੁਤ ਵੱਡਾ ਪਿਆ ਪਰ ਸਾਡੇ ਕੋਲ ਸਮਾਂ ਸੀਮਤ ਹੈ। ਅੱਜ ਦੇ ਵਾਸਤੇ ਅਸੀਂ ਤਕਰੀਬਨ ਇਹਨਾਂ ਦੀ ਜੋ ਇਹਨਾਂ ਨੇ ਸਾਨੂੰ ਦੱਸਿਆ ਬਹੁਤ ਅਮੋਲਕ ਚੀਜ਼ਾਂ, ਅਮੋਲਕ ਖਜ਼ਾਨੇ ਦੇ ਇਹਨਾਂ ਨੇ ਦਰਸ਼ਨ ਕਰਾਏ ਨੇ ਸਾਨੂੰ। ਤੇ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਾਂਗੇ। ਬਾਕੀ ਦਾ ਜਿਹੜਾ ਰਿਕਾਰਡਸ ਪਏ ਨੇ, ਹਾਲੇ ਬਹੁਤ ਸਾਰੀ ਜਾਣਕਾਰੀ ਅਸੀਂ ਇਹਨਾਂ ਵਿੱਚੋਂ ਲੈਣੀ ਹੈ। ਉਹ ਤੁਹਾਨੂੰ ਇਸੇ ਪ੍ਰੋਗਰਾਮ ਵਿਰਸੇ ਦੇ ਪੈੜਾਂ ਦੇ ਵਿੱਚ ਭਾਗ 2 ਜਿਹੜਾ ਅਸੀਂ ਬਣਾਵਾਂਗੇ, ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਉਹਨਾਂ ਚੀਜ਼ਾਂ ਤੋਂ ਰੂਬਰੂ ਕਰਾਵਾਂਗੇ। ਅੱਜ ਲਈ ਇੰਨਾ ਹੀ। ਸਾਡੇ ਪ੍ਰੋਗਰਾਮ ਨਾਲ ਇੱਦਾਂ ਹੀ ਬਣੇ ਰਹੋ ਤੇ ਸਾਡੇ ਚੈਨਲ ਨੂੰ HM1 ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਦੱਸਿਓ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।